ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਖੋਂ, ਤੂੰ ਠਾਕੁਰ ਊਚ ਭਗਵਾਨਾ। ਸੁਕੋ ਹਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵੈ ਸਿਫਤ ਖਸਮਦੀ, ਨਹੁਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਰ ਜਨਮ ਜਨਮ ਦੀ ਕੱਟੀਐ। ਸੱਚੇ ਪਾਤਸ਼ਾਹ, ਮਰ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਲੰਗ ਮਹਲਾ ਪਹਿਲਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਾਜੀਆਂ ਬਾਮਣਾ ਕੀ ਗਲ ਥਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਜਾਤ ਸਨਾਤੀ ਹੋਰ ਹਿੰਦਵਾਣੀਆਂ, ਏ ਪੀ ਲੇਖਾ ਲਾਏ ਵੇ ਲਾਲੋ। ਖੂਨ ਕੇ ਸੋਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤ ਨੇ ਗੁਰੂ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਇਸ ਵੇਲੇ ਸਤਿਗੁਰੂ ਕਿਰਪਾ ਕਰ ਰਹੇ, ਜੋ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਹੈ, ਉਹ ਆਪਾਂ ਅੰਮ੍ਰਿਤ ਵੇਲੇ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਸੋ ਆਓ ਕੁਝ ਸਮੇਂ ਲਈ ਆਪਣੇ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਲੰਗ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹ ਪਾਵਨ ਪਵਿੱਤਰ ਜੋ ਸ਼ਬਦ ਹੈ ਉਹ ਬਖਸ਼ਿਸ਼ ਕਰ ਰਹੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਸ ਵੇਲੇ ਉਦਾਸੀਆਂ ਕਰ ਰਹੇ ਸਨ, ਤੇ ਚਲਦਿਆਂ ਚਲਦਿਆਂ ਮਹਾਰਾਜ ਸਾਹਿਬ ਜੀ ਏਮਨਾਬਾਦ ਨਾਮ ਦਾ ਜੋ ਸ਼ਹਿਰ ਹੈ, ਇਸ ਦੇ ਕੋਲ ਜਾ ਕੇ ਮਹਾਰਾਜ ਜੀਆਂ ਦੇ ਨਾਲ ਕੁਝ ਸੰਤ ਨੇ
ਕੁਝ ਸਾਧੂ ਨੇ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਸਤਿਗੁਰਾਂ ਦੇ ਨਾਲ ਜਦੋਂ ਮਹਾਰਾਜ ਇਸ ਨਗਰ ਵਿੱਚ ਪਹੁੰਚੇ ਨਾ, ਏਮਨਾਬਾਦ ਜਿਸ ਨੂੰ ਆਖਿਆ ਜਾਂਦਾ ਹੈ, ਬਾਰ-ਬਾਰ ਇੱਕ ਉੱਚੀ ਜਗ੍ਹਾ ਤੇ ਮਹਾਰਾਜ ਨੇ ਹੁਕਮ ਕੀਤਾ ਵੀ ਰੋੜ ਇਕੱਠੇ ਕਰਕੇ, ਮਿੱਟੀ ਇਕੱਠੀ ਕਰਕੇ ਇੱਕ ਥੜਾ ਬਣਵਾਓ। ਸਤਿਗੁਰਾਂ ਦਾ ਹੁਕਮ ਹੋਇਆ, ਸੇਵਾਦਾਰ ਮਹਾਰਾਜ ਦੀ ਸੇਵਾ ਵਿੱਚ ਲੱਗ ਕੇ ਬੈਠੇ, ਰੋੜੀਆਂ ਰੋੜ ਇਕੱਠੇ ਕਰਕੇ ਇੱਕ ਥੜਾ ਬਣਾਇਆ ਤੇ ਉਹਦੇ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਬੈਠ ਗਏ। ਅੱਜ ਵੀ ਗੁਰਮੁਖੋ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਹੈ। ਗੁਰਦੁਆਰੇ ਸਾਹਿਬ ਦਾ ਨਾਮ ਵੀ ਰੋੜੀ ਸਾਹਿਬ ਹੀ ਹੈ। ਏਮਨਾਬਾਦ ਦੀ ਧਰਤੀ ਜੋ ਪਾਕਿਸਤਾਨ ਦੇ ਵਿੱਚ ਹੈ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਉਹਦਾ ਨਾਮ ਵੀ ਰੋੜੀ ਸਾਹਿਬ ਹੈ, ਕਿਉਂਕਿ ਰੋੜ ਇਕੱਠੇ ਕਰਕੇ ਥੜਾ ਬਣਾਇਆ ਜਿੱਥੇ ਮਹਾਰਾਜ ਬੈਠੇ ਸਨ। ਸਤਿਗੁਰਾਂ ਦੇ ਕੋਲ ਆ ਕੇ ਕੁਝ ਸਾਧੂ ਸੰਤ ਬੈਠ ਗਏ, ਬਚਨ ਬਿਲਾਸ ਹੋਣ ਲੱਗ ਪਏ। ਸਾਧੂਆਂ ਨੇ ਬਚਨ ਕੀਤਾ, ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਇਹ ਦੱਸੋ ਉਹ ਪਰਮਾਤਮਾ ਕਿੰਨਾ ਕੁ ਬੇਅੰਤ ਹੈ, ਕਿੰਨਾ ਕੁ ਵੱਡਾ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਭਾਈ ਉਹ ਜੋ ਪਰਮਾਤਮਾ ਹੈ ਨਾ ਉਹ ਬੜਾ ਵੱਡਾ ਹੈ, ਉਹਦਾ ਕਥਨ ਨਹੀਂ ਕੀਤਾ ਜਾ ਸਕਦਾ, ਪਰ ਜੇ ਤੁਸੀਂ ਫਿਰ ਵੀ ਪੁੱਛ ਲਿਆ ਹੈ ਵੀ ਉਹ ਕਿੱਡਾ ਕੁ ਵੱਡਾ ਹੈ, ਥੋੜੀ ਜੀ ਮਹਿਮਾ ਤੁਹਾਡੇ ਨਾਲ ਅਸੀਂ ਕਹਿ ਦਿੰਦੇ। ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਜਦੋਂ 12 ਮਹੀਨੇ ਬਤੀਤ ਹੋ ਜਾਂਦੇ ਨੇ, ਸਾਡਾ 1 ਸਾਲ ਬਤੀਤ ਹੋ ਜਾਂਦਾ। ਕਹਿਣ ਲੱਗੇ ਉਸ ਵੇਲੇ ਦੇਵਤਿਆਂ ਦਾ ਇੱਕ ਦਿਨ ਤੇ ਇੱਕ ਰਾਤ ਹੁੰਦੀ ਹੈ, ਸਾਡੇ ਸਾਲ ਲੰਘ ਜਾਂਦੇ, ਉਹਨਾਂ ਦਾ ਦਿਨ ਹੀ ਲੰਘਦਾ। ਤੇ ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਦੇ ਜਦੋਂ 2000 ਸਾਲ ਲੰਘ ਜਾਣ, ਜਿਹੜਾ ਸਾਡਾ 1 ਸਾਲ ਹੈ 12 ਮਹੀਨੇ ਨੇ, ਦੇਵਤਿਆਂ ਦਾ ਇੱਕ ਦਿਨ ਬਣਿਆ, ਐਸੇ ਇੱਕ ਇੱਕ ਦਿਨ ਇਕੱਠੇ ਕਰਕੇ ਜਦੋਂ 2000 ਸਾਲ ਬਤੀਤ ਹੁੰਦਾ ਨਾ, ਉਦੋਂ ਜਾ ਕੇ ਬ੍ਰਹਮਾ ਜੀ ਦਾ ਇੱਕ ਦਿਨ ਬਣ ਜਾਂਦਾ। ਇੰਨੀ ਵੱਡੀ ਉਮਰਾ ਉਸ ਦੇਵਤੇ ਦੀ ਮੰਨੀ ਹੈ। ਅਗਲਾ ਬਚਨ ਕਰਦੇ ਕਹਿਣ ਲੱਗੇ ਜਦੋਂ ਉਸ ਬ੍ਰਹਮਾ ਦਾ 100 ਸਾਲ ਬਤੀਤ ਹੋਵੇ ਤੇ ਫਿਰ ਵਿਸ਼ਨੂੰ ਭਗਵਾਨ ਦਾ ਇੱਕ ਦਿਨ ਬਣ ਜਾਂਦਾ ਹੈ। ਤੇ ਜਦੋਂ ਵਿਸ਼ਨੂੰ ਭਗਵਾਨ ਦਾ 100 ਸਾਲ ਇਸ ਤਰ੍ਹਾਂ ਦਾ ਬਤੀਤ ਹੋਵੇ ਤੇ ਫਿਰ ਸ਼ਿਵ ਜੀ ਜਿਹੜਾ ਉਹਦਾ ਇੱਕ ਦਿਨ ਬਤੀਤ ਹੁੰਦਾ। ਤਾਂ ਹੀ ਮਹਾਰਾਜ ਨੇ ਬਚਨ ਲਿਖਿਆ ਨਾ, ਥਿਤ ਵਾਰ ਨਾ ਜੋਗੀ ਜਾਣ, ਰੁੱਤ ਬਾਹੋ ਨਾ ਕੋਈ, ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ। ਮਹਾਰਾਜ ਕਹਿਣ ਲੱਗੇ ਧਰਤੀ ਕਦੋਂ ਬਣੀ ਹੈ, ਸ੍ਰਿਸ਼ਟੀ ਕਦੋਂ ਬਣੀ ਹੈ, ਇਸ ਗੱਲ ਨੂੰ ਜੋਗੀ ਤੋਂ ਭਾਵ ਹੈ ਸ਼ਿਵ ਜੀ ਵੀ, ਉਹ ਵੀ ਨਹੀਂ ਜਾਣਦਾ। ਕਿਉਂ ਨਹੀਂ? ਸ਼ਿਵ ਜੀ ਦਾ ਨਾਮ ਕਿਉਂ ਲਿਆ? ਕਿਉਂਕਿ ਉਮਰਾ ਦੇਵਤਿਆਂ ਦੇ ਵਿੱਚੋਂ ਸਭ ਤੋਂ ਵੱਡੀ ਸ਼ਿਵ ਜੀ ਦੀ ਹੈ। ਤੇ ਕਹਿਣ ਲੱਗੇ 100 ਸਾਲ ਭਗਵਾਨ ਵਿਸ਼ਨੂੰ ਦਾ ਬਤੀਤ ਹੋਵੇ ਤੇ ਸ਼ਿਵ ਜੀ ਦਾ ਇੱਕ ਦਿਨ ਲੰਘਦਾ। ਤੇ ਕਹਿਣ ਲੱਗੇ ਐਸੇ 100 ਸਾਲ ਜਦੋਂ ਸ਼ਿਵ ਜੀ ਦੇ ਲੰਘਦੇ ਨੇ ਨਾ, ਉਦੋਂ ਪ੍ਰਮਾਤਮਾ ਦੀ ਮਾਇਆ ਦਾ ਇੱਕ ਨਿਮਖ ਜਿੰਨਾ ਸਮਾਂ ਹੁੰਦਾ। ਇੱਕ ਨਿਮਖ ਜਿੰਨਾ ਸਮਾਂ, ਅੱਖ ਨੂੰ ਖੁੱਲਣਾ ਤੇ ਮੀਟਣਾ, ਆਪਣੀਆਂ ਪਲਕਾਂ ਨੂੰ ਝਪਕਣਾ, ਉਦੋਂ ਮਾਇਆ ਦਾ ਇੰਨਾ ਸਮਾਂ ਲੰਘਦਾ। ਤੇ ਮਾਇਆ ਬਣਾਈ ਹੈ ਪਰਮੇਸ਼ਰ ਨੇ। ਹੁਣ ਪਰਮੇਸ਼ਰ ਦਾ ਕੋਈ ਅੰਤ ਨਹੀਂ ਹੈ, ਉਹ ਬੇਅੰਤ ਹੈ। ਇਹ ਮਨੁੱਖਾਂ ਦੀ ਉਮਰ, ਦੇਵਤਿਆਂ ਦੀ ਉਮਰ ਕਥਨ ਕੀਤੀ ਹੈ ਵੀ ਇੰਨੀ ਉਮਰਾਂ ਦੇ ਉਹ ਮਾਲਕ ਨੇ, ਪਰ ਉਹਨਾਂ ਦੀ ਇੰਨੀ ਉਮਰਾਂ ਲੰਘ ਜਾਵੇ ਤੇ ਮਾਇਆ ਦਾ ਇੱਕ ਨਿਮਖ ਹੀ ਹੁੰਦਾ, ਅੱਖ ਨੂੰ ਖੋਲ੍ਹਣਾ ਤੇ ਬੰਦ ਕਰਨਾ। ਪਰਮਾਤਮਾ ਬੇਅੰਤ ਹੈ, ਉਹਦਾ ਅੰਤ ਕੋਈ ਨਹੀਂ। ਜਦੋਂ ਐਸੇ ਬਚਨ ਬਿਲਾਸ ਕਰਦੇ ਪਏ ਨਾ ਮਹਾਰਾਜ ਸਾਹਿਬ ਜੀ, ਤੇ ਸਤਿਗੁਰਾਂ ਦੀ ਸੇਵਾ ਵਿੱਚ ਔਰ ਸੰਤਾਂ ਦੀ ਸੇਵਾ ਵਿੱਚ ਕੋਈ ਨਾ ਆਇਆ, ਨਾ ਕੋਈ ਪ੍ਰਸ਼ਾਦਾ ਲੈ ਕੇ, ਨਾ ਕੋਈ ਪੁੱਛਣ ਵਾਸਤੇ, ਨਾ ਕੋਈ ਮਿਲਣ ਵਾਸਤੇ। ਭਾਈ ਸੰਤੋਖ ਸਿੰਘ ਨੇ ਬਚਨ ਲਿਖੇ, ਕਹਿਣ ਲੱਗੇ ਹੋਤੋ ਫਕੀਰ ਸੰਗ ਤੇ ਥਾਏ। ਜਦੋਂ ਮਹਾਰਾਜ ਉਸ ਥੜੇ ਉੱਪਰ ਬੈਠੇ ਹੋਏ ਤੇ ਕੁਝ ਸਾਧੂ ਫਕੀਰ ਸਨ ਮਹਾਰਾਜ ਦੇ ਨਾਲ, ਭੈ ਸ਼ੁਦਾਤਰ ਮੁਖ ਕੁਮਲਾਏ, ਉਹ ਵਿਚਾਰੇ ਭੁੱਖ ਦੇ ਨਾਲ ਉਹਨਾਂ ਦੇ ਚਿਹਰੇ ਮੁਰਝਾ ਗਏ, ਕਿਉਂਕਿ ਪਿੰਡ ਵਿੱਚੋਂ ਕੋਈ ਆਇਆ ਹੀ ਨਹੀਂ ਵੀ ਸਾਧੂ ਆਏ ਨੇ ਚਲੋ ਪ੍ਰਸ਼ਾਦਾ ਛਕਾ ਦਈਏ, ਨਹੀਂ ਕੋਈ ਆਇਆ। ਜਦੋਂ ਚਿਹਰੇ ਮੁਰਝਾਏ ਤੇ ਮਹਾਰਾਜ ਨੇ ਜਾਣ ਲਿਆ ਵੀ ਇਹਨਾਂ ਨੂੰ ਭੁੱਖ ਲੱਗੀ ਹੋਈ ਹੈ। ਸਗਰੋ ਦਿਵਸ ਬਤੀਤਾ ਜਬ ਹੀ, ਭਾਈ ਨਿਸਾ ਬੋਲੇ ਪ੍ਰਭ ਤਵੇ। ਸਾਰਾ ਦਿਨ ਲੰਘ ਗਿਆ, ਕੋਈ ਨਹੀਂ ਆਇਆ। ਰਾਤ ਪੈ ਗਈ,
ਕੋਈ ਨਹੀਂ ਆਇਆ। ਜਦੋਂ ਵੇਖਿਆ ਨਾ ਮਹਾਰਾਜ ਨੇ ਵੀ ਇਹ 24 ਘੰਟੇ ਲੰਘ ਗਏ, ਕੋਈ ਨਹੀਂ ਆਇਆ ਪ੍ਰਸ਼ਾਦਾ ਪੁੱਛਣ ਵਾਸਤੇ, ਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ, ਹੇ ਸੰਤੋ ਉੱਠ ਕਰ ਜਾਵੋ। ਜਿੰਨੇ ਇਹ ਸੰਤ ਬੈਠੇ ਨੇ ਇਹਨਾਂ ਵਿੱਚ 2 ਸੰਤ ਉੱਠ ਕੇ ਜਾਓ ਭਾਈ। ਕਾਹਦੇ ਵਾਸਤੇ? ਪੁਰ ਤੇ ਜਾਚ ਅਚਨ ਕੋ ਖਾਵੋ। 2 ਸੰਤ ਜਾਓ, ਪਿੰਡ ਵਿੱਚੋਂ ਜਾ ਕੇ ਮੰਗੋ ਪ੍ਰਸ਼ਾਦਾ ਪਾਣੀ, ਨਾਲੇ ਆਪ ਛਕੋ ਨਾਲੇ ਬਾਕੀਆਂ ਨੂੰ ਲਿਆ ਕੇ ਛਕਾਓ। ਇਹ ਮਹਾਰਾਜ ਨੇ ਉਹਨਾਂ ਸਾਧੂਆਂ ਨੂੰ ਹੁਕਮ ਕੀਤਾ ਵੀ ਜਾਓ ਭਾਈ ਪ੍ਰਸ਼ਾਦਾ ਛਕ ਆਓ, ਦੂਜਿਆਂ ਵਾਸਤੇ ਲੈ ਆਓ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜੇ ਬੈਠੇ ਦੇਵੈ ਕੋ ਨਾਹੀ, ਘਰ ਮੈਂ ਜਾਏ ਜਾਚ ਕੇ ਖਾਹੀ। ਮਹਾਰਾਜ ਨੇ ਆਖਿਆ ਜੋ ਬੈਠਿਆਂ ਕੋਈ ਪ੍ਰਸ਼ਾਦਾ ਨਾ ਦੇਵੇ ਤੇ ਘਰੋਂ ਜਾ ਕੇ ਮੰਗ ਲੈਣਾ ਚਾਹੀਦਾ, ਭੁੱਖ ਦੂਰ ਕਰਨੀ ਚਾਹੀਦੀ ਹੈ। 2 ਸਾਧੂ ਉੱਠ ਪਏ ਪ੍ਰਸ਼ਾਦਾ ਲਿਆਉਣ ਵਾਸਤੇ। ਨਾਲ ਹੀ ਮਹਾਰਾਜ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ, ਕਹਿਣ ਲੱਗੇ, ਜਾ ਭਾਈ ਮਰਦਾਨਿਆ ਤੂੰ ਵੀ ਚਲੇ ਜਾ, ਇਹਨਾਂ ਦੇ ਨਾਲ ਜਾ ਕੇ ਪ੍ਰਸ਼ਾਦਾ ਛਕ ਕੇ ਆ ਜਾ। ਤੇ ਨਾਲ ਹੀ ਮਹਾਰਾਜ ਨੇ ਆਖਿਆ ਵੀ ਆਉਣ ਲੱਗਿਆ ਭਾਈ ਲਾਲੋ ਜੀ ਨੂੰ ਬੁਲਾ ਕੇ ਲੈ ਆਇਓ, ਅਸੀਂ ਉਹਨਾਂ ਨੂੰ ਮਿਲਣਾ। ਇਹ ਬਚਨ ਸੁਣ ਕੇ ਚਲੇ ਗਏ ਏਮਨਾਬਾਦ ਦੇ ਵਿੱਚ। ਇਹ ਪਠਾਣਾ ਦਾ ਪਿੰਡ ਹੈ, ਤੇ ਪਠਾਣਾ ਦੇ ਉਸ ਵੇਲੇ ਕਿਸੇ ਦੇ ਘਰ ਵਿੱਚ ਕੋਈ ਵਿਆਹ ਦਾ ਸਮਾਗਮ ਰੱਖਿਆ ਹੋਇਆ, ਤੇ ਸਾਰੇ ਪਠਾਣਾ ਨੇ ਸ਼ਰਾਬ ਪੀਤੀ ਹੋਈ, ਭੰਗ ਪੀਤੀ ਹੋਈ, ਨਸ਼ੇ ਦੇ ਵਿੱਚ ਲੋਟ-ਪੋਟ ਹੋਏ, ਔਰ ਇਹਨਾਂ ਨੂੰ ਆਪਣੀ ਮਾਇਆ ਤੇ ਧਨ ਦਾ ਬੜਾ ਹੰਕਾਰ ਔਰ ਬਲ ਦਾ ਬੜਾ ਹੰਕਾਰ ਵੀ ਅਸੀਂ ਬੜੇ ਵੱਡੇ ਸੂਰਮੇ। ਜਦੋਂ ਇਹਨਾਂ ਸਾਧੂਆਂ ਨੇ ਜਾ ਕੇ ਭੋਜਨ ਪ੍ਰਸ਼ਾਦਾ ਮੰਗਿਆ ਤੇ ਉਹਨਾਂ ਨੇ ਪ੍ਰਸ਼ਾਦਾ ਦੇਣਾ ਤੇ ਦੂਰ ਦੀ ਗੱਲ, ਸਗੋਂ ਧੱਕੇ ਮਾਰੇ, ਨਾਲੇ ਗਾਲਾਂ ਦਿੱਤੀਆਂ, ਐਸਾ ਨਰਾਦਰ ਕੀਤਾ ਤੇ ਉਹ ਸਾਧੂ ਵਿਚਾਰੇ ਸੱਟਾਂ ਖਾ ਕੇ ਤੇ ਮਹਾਰਾਜ ਦੇ ਕੋਲ ਆ ਗਏ। ਇੰਨੇ ਚਿਰ ਨੂੰ ਭਾਈ ਮਰਦਾਨਾ ਵੀ ਐਸੀ ਹਾਲਤ ਵਿੱਚ ਉਹਨਾਂ ਪਠਾਣਾ ਦੇ ਧੱਕੇ ਖਾ ਕੇ ਤੇ ਭਾਈ ਲਾਲੋ ਜੀ ਨੂੰ ਨਾਲ ਲੈ ਕੇ ਤੇ ਜਿੱਥੇ ਸਤਿਗੁਰੂ ਬੈਠੇ ਉੱਥੇ ਆ ਗਏ। ਗੁਰੂ ਨਾਨਕ ਦੇਵ ਮਹਾਰਾਜ ਨੇ ਪੁੱਛਿਆ, ਸਤਿਗੁਰੂ ਕਹਿਣ ਲੱਗੇ ਵੀ ਪ੍ਰਸ਼ਾਦਾ ਪਾਣੀ ਕੀ ਗੱਲ ਮਿਲਿਆ ਨਹੀਂ, ਛੇਤੀ ਮੁੜਿਆ ਹੈ। ਉਸ ਵੇਲੇ ਉਹਨਾਂ ਸਾਧੂਆਂ ਨੂੰ ਦੱਸਿਆ, ਕਹਿਣ ਲੱਗੇ, ਮਹਾਰਾਜ ਪ੍ਰਸ਼ਾਦਾ ਤੇ ਦੂਰ ਦੀ ਗੱਲ ਹੈ, ਇਹਨਾਂ ਲੋਕਾਂ ਨੇ ਸਾਨੂੰ ਧੱਕੇ ਮਾਰੇ ਨੇ, ਸਾਡੇ ਆ ਵੇਖੋ ਸੱਟਾਂ ਲੱਗ ਗਈਆਂ, ਸਾਡੀ ਨਰਾਦਰੀ ਹੋਈ ਬਹੁਤ ਜ਼ਿਆਦਾ। ਸੁਣਤ ਅਵਗਿਆ ਸੰਤਨ ਖੇਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਦੋਂ ਸੁਣਿਆ ਨਾ ਮਹਾਰਾਜ ਨੇ ਵੀ ਇਹਨਾਂ ਲੋਕਾਂ ਨੇ ਸੰਤਾਂ ਦੀ ਅਵਗਿਆ ਕੀਤੀ ਹੈ, ਨਰਾਦਰੀ ਕੀਤੀ ਹੈ, ਮਾੜਾ ਬੋਲ ਬੋਲਿਆ ਹੈ, ਰਿਸ ਉਪਜੀ ਮਨ ਮਾਹੇ ਕਨੇਰੀ। ਮਹਾਰਾਜ ਗੁੱਸੇ ਵਿੱਚ ਆ ਗਏ ਉਸ ਵੇਲੇ। ਰੱਬ ਦੇ ਭਗਤਾਂ ਨਾਲ ਪਿੰਡ ਵਾਲਿਆਂ ਦਾ ਕੀ ਵੈਰ ਵਿਰੋਧ ਹੈ? ਪ੍ਰਸ਼ਾਦਾ ਦੇਣਾ ਦੇਵੋ, ਨਹੀਂ ਦੇਣਾ ਤੇ ਨਾ ਦੇਵੋ, ਪਰ ਧੱਕੇ ਮਾਰਨੇ, ਜਲੀਲ ਕਰਨਾ, ਕਿਸੇ ਨੂੰ ਸੱਟ ਲਾਉਣੀ, ਇਹ ਕੰਮ ਇਹਨਾਂ ਨੇ ਠੀਕ ਨਹੀਂ ਕੀਤਾ ਹੈ। ਤੇਸ਼ਨ ਲਾਲੋ ਸਨਮੁਖ ਬੈਠਾ, ਤੇਸਿਓ ਕਹਿਓ ਸ਼ਬਦ ਮੁਖ ਐਸਾ। ਮਹਾਰਾਜ ਦੇ ਸਾਹਮਣੇ ਭਾਈ ਲਾਲੋ ਬੈਠੇ ਹੋਏ, ਤੇ ਮਹਾਰਾਜ ਨੇ ਫਿਰ ਸਨਮੁਖ ਰੱਖਦਿਆਂ ਹੋਇਆ ਨਾ ਭਾਈ ਲਾਲੋ ਜੀਆਂ ਨੂੰ, ਉਸ ਵੇਲੇ ਇਹ ਜਿਹੜੇ ਬਚਨ ਆਪਾਂ ਸਰਵਨ ਕਰਨ ਜਾ ਰਹੇ ਹਾਂ, ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਆਖੇ। ਭਾਈ ਲਾਲੋ ਸਾਹਮਣੇ ਬੈਠਾ, ਮਹਾਰਾਜ ਕਹਿਣ ਲੱਗੇ, ਲਾਲੋ ਇਹਨਾਂ ਏਮਨਾਬਾਦ ਵਾਲਿਆਂ ਨੇ ਸੰਤਾਂ ਦੀ ਨਰਾਦਰੀ ਕੀਤੀ ਹੈ, ਇਹ ਲੋਕ ਸ਼ਰਾਫ ਦੇ ਪਾਤਰ ਨੇ, ਉਜੜ ਜਾਣ। ਕਿਹੜੇ ਕਿਹੜੇ ਬਚਨ ਮਹਾਰਾਜ ਨੇ ਆਖੇ, ਉਹ ਉਥਾਨਕਾ ਹੈ ਇਸ ਸ਼ਬਦ ਦੀ ਜਿਹੜੀ ਆਪਾਂ ਸਰਵਨ ਕੀਤੀ ਹੈ। ਮਹਾਰਾਜ ਫਰਮਾਉਂਦੇ ਹਨ, ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਵੇ ਲਾਲੋ ਤੋਂ ਭਾਵ ਹੈ, ਹੇ ਭਾਈ ਲਾਲੋ, ਅਸੀਂ ਤੇਰੇ ਨਾਲ ਬਚਨ ਕਰਦੇ ਆਂ। ਜੈਸੀ ਖਸਮ ਕੀ ਬਾਣੀ, ਜਿਸ ਤਰ੍ਹਾਂ ਦੀ ਸਾਨੂੰ ਖਸਮ ਪਰਮਾਤਮਾ ਦੀ ਬਾਣੀ ਕਹੀਏ, ਗਿਆਨ ਪ੍ਰਾਪਤ ਹੋਇਆ ਨਾ ਆਉਣ ਵਾਲੇ ਸਮੇਂ ਦਾ, ਉਹ ਸਾਰਾ ਜਿਹੜਾ ਗਿਆਨ ਹੈ ਮੈਂ ਆਵੇ ਮੈਨੂੰ ਪ੍ਰਾਪਤ ਹੋਇਆ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਉਸ ਅਕਾਲ ਪੁਰਖ ਦਾ ਗਿਆਨ ਆਉਣ ਵਾਲੇ ਸਮੇਂ ਦਾ ਜੋ ਹੋਣਾ ਹੈ, ਉਹ ਸਾਨੂੰ ਆ ਕੇ ਪ੍ਰਾਪਤ ਹੋਇਆ। ਤੈਸੜਾ ਕਰੀ ਗਿਆਨ, ਉਹ ਸਾਰਾ ਗਿਆਨ ਅਸੀਂ ਹੁਣ ਤੈਨੂੰ ਸੁਣਾਉਂਦੇ ਹਾਂ ਵੀ ਹੋਣਾ ਕੀ ਹੈ। ਭਾਈ ਲਾਲੋ ਬੈਠੇ ਹੋਏ, ਮਹਾਰਾਜ ਇਹ ਸ਼ਬਦ ਵਿੱਚ ਵਾਰ-ਵਾਰ ਭਾਈ ਲਾਲੋ ਦਾ ਜ਼ਿਕਰ ਕਰਨਗੇ। ਸਾਹਮਣੇ ਬੈਠਿਆਂ ਦੇਖ ਕੇ, ਭਾਈ ਲਾਲੋ ਆਉਣ ਵਾਲੇ ਸਮੇਂ ਦਾ ਜਿਹੜਾ ਗਿਆਨ ਪ੍ਰਾਪਤ ਹੋਇਆ ਹੈ, ਕੀ ਹੋਣਾ ਹੈ, ਉਹ ਬਚਨ ਸਾਰੇ ਅਸੀਂ ਤੇਰੇ ਨਾਲ ਕਰਦੇ ਹਾਂ, ਤੂੰ ਧਿਆਨ ਦੇ ਨਾਲ ਸੁਣਨਾ ਕਰ। ਪਾਪ ਕੀ ਜੰਜ ਲੈ ਕਾਬਲੋਂ ਧਾਇਆ,
ਜੋਰੀ ਮੰਗੈ ਦਾਨ ਵੇ ਲਾਲੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨਾਂ ਏਮਨਾਬਾਦ ਦੇ ਲੋਕਾਂ ਨੇ ਪਾਪ ਕੀਤਾ, ਸਾਧੂਆਂ ਨੂੰ ਧੱਕੇ ਮਾਰੇ, ਇਹਨਾਂ ਨੂੰ ਫਲ ਦੇਣ ਵਾਸਤੇ ਪਾਪ ਕੀ ਜੰਜ ਲੈ, ਪਾਪ ਦੀ ਫੌਜ ਲੈ ਕੇ, ਪਾਪ ਕਰਨ ਵਾਲੀ, ਲੁੱਟਾਂ ਖੋਹਾਂ ਕਰਨ ਵਾਲੀ, ਕਤਲ ਕਰਨ ਵਾਲੀ, ਇੱਟਾਂ ਲੁੱਟਣ ਵਾਲੀ, ਐਸੀ ਫੌਜ ਲੈ ਕੇ ਕਾਬਲ ਤੋਂ ਦੌੜ ਪਿਆ ਬਾਬਰ ਬਾਦਸ਼ਾਹ। ਕਾਬਲੋਂ ਧਾਇਆ, ਕਾਬਲ ਤੋਂ ਚੱਲੇਗਾ, ਦੌੜੇਗਾ ਫੌਜ ਲੈ ਕੇ। ਆਪਾਂ ਇਹ ਬਚਨ ਵਰਤ ਲੈਂਦੇ ਹਾਂ, ਜੰਜ ਆਈ ਹੈ ਜਾਂ ਬਰਾਤ ਆਈ ਹੈ, ਜਦੋਂ ਲੜਕੀ ਨੂੰ ਵਿਆਹਣ ਵਾਸਤੇ ਆਏ। ਇਹ ਸਤਿਗੁਰਾਂ ਨੇ ਬਚਨ ਇੱਥੇ ਜੰਜ ਹੀ ਲਿਖਿਆ ਹੈ। ਜੰਜ ਤੋਂ ਭਾਵ ਹੁੰਦਾ ਹੈ ਲੁੱਟ ਖੋਹ ਕਰਨ ਵਾਲੇ, ਜ਼ਬਰਦਸਤੀ ਖਾਣ ਪੀਣ ਵਾਲੇ। ਤੇ ਬਰਾਤ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਨਾ, ਉਹ ਆ ਕੇ ਲੜਕੀ ਵਾਲਿਆਂ ਨੂੰ ਲੁੱਟ ਕੇ ਲੈ ਕੇ ਜਾਂਦੇ, ਉਹਨਾਂ ਦੇ ਕੋਲੋਂ ਗਹਿਣਾ ਕੱਪੜਾ, ਜਿਹਨੂੰ ਆਪਾਂ ਦਾਜ ਕਹਿ ਦਿੰਦੇ ਹਾਂ, ਸਭ ਕੁਝ ਲੁੱਟ ਕੇ ਲੈ ਜਾਂਦੇ, ਤੇ ਨਾਲੇ ਚੰਗੇ ਚੰਗੇ ਪਦਾਰਥ ਖਾਂਦੇ ਔਰ ਕਈ ਤਰ੍ਹਾਂ ਦਾ ਖੋਰੂ ਵੀ ਪਾਉਂਦੇ। ਸੋ ਜੰਜ ਤੋਂ ਭਾਵ ਹੁੰਦਾ ਲੁੱਟ ਖੋਹ ਕਰਨ ਵਾਲੇ, ਲੁੱਟ ਕੇ ਲੈ ਜਾਣ ਵਾਲੇ, ਖੋਰੂ ਪਾਉਣ ਵਾਲੇ, ਤਾਂ ਜੰਜ ਕਿਹਾ ਜਾਂਦਾ ਹੈ। ਬਰਾਤ ਜਿਹੜੀ ਹੈ ਇਸੇ ਤਰ੍ਹਾਂ ਹੀ ਕਰਦੀ ਹੈ। ਬਰਾਤ ਦਾ ਮਤਲਬ ਵੀ ਇਹੋ ਹੀ ਹੁੰਦਾ। ਸੋ ਮਹਾਰਾਜ ਕਹਿਣ ਲੱਗੇ ਵੀ ਉਹ ਬਾਬਰ ਬਾਦਸ਼ਾਹ ਜਿਹੜਾ ਹੈ ਉਹ ਵੱਡੀ ਫੌਜ ਲੈ ਕੇ, ਜਿਹੜੀ ਫੌਜ ਪਾਪ ਕਰਨ ਵਾਲੀ ਹੈ, ਇਹ ਕਾਬਲ ਤੋਂ ਚੱਲ ਪਿਆ ਤੇ ਇਹਨਾਂ ਤੇ ਹਮਲਾ ਕਰੇਗਾ ਆਉਣ ਵਾਲੇ ਸਮੇਂ ਦੇ। ਤੇ ਕੀ ਕਰੇਗਾ? ਜੋਰੀ ਮੰਗੈ ਦਾਨ ਵੇ ਲਾਲੋ। ਜੋਰੀ ਤੋਂ ਭਾਵ ਹੁੰਦਾ ਜ਼ਬਰਦਸਤੀ। ਜ਼ਬਰਦਸਤੀ ਇਹਨਾਂ ਕੋਲੋਂ ਮਾਇਆ ਮੰਗੇਗਾ, ਕਿਉਂਕਿ ਇਹ ਜਿਹੜੇ ਪਠਾਨ ਸਨ ਨਾ ਗੁਰਮੁਖੋ, ਇਹ ਬਾਦਸ਼ਾਹ ਨੂੰ ਮਾਲੀਆ ਨਹੀਂ ਸਨ ਤਾਰਦੇ। ਕਹਿਣ ਲੱਗੇ ਵੀ ਅਸੀਂ ਨਹੀਂ ਜਾਣਦੇ ਕਿਹੜਾ ਬਾਦਸ਼ਾਹ, ਅਸੀਂ ਤੇ ਖੁਦ ਆਪਣੇ ਇਲਾਕੇ ਦੇ ਬਾਦਸ਼ਾਹ। ਕਿਉਂਕਿ ਪਠਾਨ ਬੜੇ ਤਾਕਤ ਵਾਲੇ ਸਨ ਔਰ ਬੜੇ ਉੱਚੇ ਲੰਬੇ ਜਵਾਨ ਔਰ ਫੌਜ ਬਣਾਈ ਹੋਈ। ਅਸੀਂ ਨਹੀਂ ਕਿਸੇ ਬਾਦਸ਼ਾਹ ਨੂੰ ਜਾਣਦੇ, ਅਸੀਂ ਨਹੀਂ ਕਿਸੇ ਦਾ ਮਾਲੀਆ ਦੇਵਾਂਗੇ, ਟੈਕਸ ਨਹੀਂ ਦੇਵਾਂਗੇ। ਮਹਾਰਾਜ ਕਹਿਣ ਲੱਗੇ ਜਦੋਂ ਬਾਬਰ ਘੇਰਾ ਪਾਵੇਗਾ ਨਾ ਆ ਕੇ, ਜੋਰੀ ਮੰਗੈ, ਪਰ ਜ਼ਬਰਦਸਤੀ ਇਹਨਾਂ ਕੋਲੋਂ ਮੰਗੇਗਾ ਵੀ ਲਿਆਓ ਮੈਨੂੰ ਧਨ ਦੇਣਾ ਕਰੋ, ਤੇ ਫਿਰ ਇਹਨਾਂ ਨੂੰ ਦੇਣਾ ਪਵੇਗਾ, ਫਿਰ ਬਖਸ਼ਿਸ਼ ਕਰਦੇ ਹਨ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸਤਿਗੁਰੂ ਦੂਜਾ ਅਰਥ ਬਖਸ਼ਿਸ਼ ਕਰਦੇ। ਗੁਰਮੁਖੋ ਜੋਰੀ ਨਾਮ ਹੈ ਜੋਰੂ ਦਾ। ਜੋਰੂ ਕਹਿੰਦੇ ਇਸਤਰੀ ਨੂੰ, ਜਿਹੜਾ ਕਾਬਲ ਤੋਂ ਚੱਲ ਕੇ ਚੜ ਕੇ ਤੁਰਿਆ ਆਉਂਦਾ ਨਾ ਬਾਬਰ ਬਾਦਸ਼ਾਹ, ਇਹਨਾਂ ਦੇ ਕੋਲੋਂ ਇਹਨਾਂ ਦੀਆਂ ਇਸਤਰੀਆਂ ਦਾ ਦਾਨ ਮੰਗੇਗਾ, ਇਹਨਾਂ ਦੀਆਂ ਇਸਤਰੀਆਂ ਚੁੱਕ ਕੇ ਲੈ ਜਾਵੇਗਾ ਪਠਾਨੀਆਂ ਨੂੰ। ਅੱਜ ਇਹਨਾਂ ਨੇ ਸਾਧੂਆਂ ਨੂੰ ਧੱਕੇ ਮਾਰੇ, ਪਰ ਇਹਨਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਨਹੀਂ। ਬਾਬਰ ਬਾਦਸ਼ਾਹ ਇਹਨਾਂ ਤੇ ਹਮਲਾ ਕਰੇਗਾ ਔਰ ਇਹਨਾਂ ਦੀਆਂ ਇਸਤਰੀਆਂ ਜਿਹੜੀਆਂ ਨੇ ਉਹ ਚੁੱਕੀਆਂ ਜਾਣਗੀਆਂ, ਉਹਨਾਂ ਦੀਆਂ ਇੱਟਾਂ ਲੁੱਟੀਆਂ ਜਾਣਗੀਆਂ, ਬੱਚੇ ਇਹਨਾਂ ਦੇ ਕਤਲ ਹੋ ਜਾਣਗੇ। ਐਸੀ ਇਹਨਾਂ ਤੇ ਮਾਰ ਪੈਣੀ ਹੈ। ਜੋਰੂ ਤੋਂ ਭਾਵ ਹੈ ਜ਼ਬਰਦਸਤੀ ਕਿਸੇ ਦੇ ਉੱਪਰ ਕਰਨੀ, ਜ਼ਬਰਦਸਤੀ ਧਨ ਖੋਣਾ। ਤੇ ਜੋਰੂ ਦਾ ਦੂਜਾ ਅਰਥ ਇਸਤਰੀ ਕਰਦੇ ਵੀ ਇਸਤਰੀਆਂ ਨੂੰ ਵੀ ਉਹ ਚੁੱਕ ਕੇ ਲੈ ਜਾਣਗੇ। ਐਸਾ ਸਮਾਂ, ਐਸੀ ਮਾਰ ਇਹਨਾਂ ਤੇ ਪੈਣੀ ਹੈ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਗੁਰੂ ਪਾਤਸ਼ਾਹ ਕਹਿਣ ਲੱਗੇ ਸ਼ਰਮ ਨਾਮ ਲੱਜਾ ਦਾ, ਲੱਜਾ ਵੀ ਛੁਪ ਜਾਏਗੀ, ਸ਼ਰਮ ਕੋਈ ਨਹੀਂ ਕਰੇਗਾ। ਉਹ ਮੁਗਲ ਜਿਹੜੇ ਸਿਪਾਹੀ ਨੇ ਨਾ, ਆਉਣਗੇ ਜਦੋਂ ਚੜ ਕੇ, ਉਹ ਨਹੀਂ ਵੇਖਣਗੇ ਵੀ ਸਾਹਮਣੇ ਭੈਣ ਖਲੋਤੀ ਹੈ, ਭਰਾ ਖਲੋਤਾ, ਮਾਂ ਬਾਪ ਕੌਣ ਖਲੋਤਾ, ਨਹੀਂ, ਇਹਨਾਂ ਦੇ ਸਾਹਮਣੇ ਹੀ ਇਹਨਾਂ ਨੂੰ ਚੁੱਕਿਆ ਜਾਵੇਗਾ, ਇਹਨਾਂ ਦੇ ਕੱਪੜੇ ਪਾੜੇ ਜਾਣਗੇ, ਇਹਨਾਂ ਦੇ ਨਾਲ ਮਾੜੀਆਂ ਹਰਕਤਾਂ ਕੀਤੀਆਂ ਜਾਣਗੀਆਂ। ਕਿਸੇ ਨੂੰ ਸ਼ਰਮ ਨਹੀਂ ਆਵੇਗੀ, ਲੱਜਾ ਨਹੀਂ ਆਵੇਗੀ, ਲੱਜਾ ਲਾ ਕੇ ਪਰੇ ਕਰ ਦੇਣਾ। ਔਰ ਇਸੇ ਤਰ੍ਹਾਂ ਧਰਮ ਦਾ, ਇਹ ਲੋਕ ਧਰਮ ਦੀ ਸਹੁੰ ਦੇਣਗੇ, ਖੁਦਾ ਦੀ ਸਹੁੰ ਦੇਣਗੇ, ਪਰ ਧਰਮ ਨੂੰ ਵੀ ਉਸ ਵੇਲੇ ਕੋਈ ਨਹੀਂ ਮੰਨੇਗਾ, ਕੋਈ ਸਹੁੰ ਨੂੰ ਨਹੀਂ ਮੰਨੇਗਾ, ਕੋਈ ਖੁਦਾ ਨੂੰ ਨਹੀਂ ਮੰਨੇਗਾ। ਸ਼ਰਮ ਧਰਮ ਦੋਏ ਛੱਪ ਖਲੋਏ, ਇਹ ਦੋ ਚੀਜ਼ਾਂ ਤੇ ਫਿਰ ਲੁਪਤ ਹੀ ਹੋ ਜਾਣਗੀਆਂ, ਗਾਇਬ ਹੋ ਜਾਣਗੀਆਂ, ਦਿਸਣਗੀਆਂ ਹੀ ਨਹੀਂ। ਨਾ ਸ਼ਰਮ ਰਹਿ ਜਾਣੀ, ਨਾ ਧਰਮ ਰਹਿ ਜਾਣਾ ਹੈ। ਐਸੀ ਇਹਨਾਂ ਤੇ ਆਉਣ ਵਾਲੇ ਸਮੇਂ ਵਿੱਚ ਮਾਰ ਵੱਜਣੀ ਹੈ। ਕੂੜ ਫਿਰੈ ਪ੍ਰਧਾਨ ਵੇ ਲਾਲੋ। ਹੈ ਭਾਈ ਲਾਲੋ, ਇੱਥੇ ਝੂਠ ਦਾ ਹੀ ਬੋਲਬਾਲਾ ਹੋਵੇਗਾ। ਪ੍ਰਧਾਨ ਤੋਂ ਭਾਵ ਹੁੰਦਾ ਮੁਖੀ। ਕਹਿਣ ਲੱਗੇ ਇਸ ਏਮਨਾਬਾਦ ਦੇ ਵਿੱਚ ਝੂਠ ਹੀ ਮੁਖੀ ਹੋਵੇਗਾ, ਇੱਥੇ ਝੂਠ ਹੀ ਝੂਠ ਬੋਲਿਆ ਜਾਵੇਗਾ। ਇਹ ਲੋਕ ਝੂਠੀਆਂ ਸਹੁੰਆਂ ਖਾਣਗੇ ਵੀ ਸਾਨੂੰ ਖੁਦਾ ਦੀ ਸਹੁੰ ਲੱਗੇ ਅਸੀਂ ਆਹ ਕੰਮ ਨਹੀਂ ਕੀਤਾ, ਸਾਨੂੰ ਖੁਦਾ ਦੀ ਸਹੁੰ ਲੱਗੇ ਸਾਡੇ ਘਰ ਦੇ ਵਿੱਚ ਪੈਸਾ ਹੈ ਹੀ ਕੋਈ ਨਹੀਂ, ਅਸੀਂ ਟੈਕਸ ਕਿੱਥੋਂ ਤਾਰੀਏ। ਮਹਾਰਾਜ ਕਹਿਣ ਲੱਗੇ ਸਹੁੰਆਂ ਖਾਣਗੇ ਖੁਦਾ ਦੀਆਂ ਝੂਠੀਆਂ, ਪਰ ਇਹਨਾਂ ਦੀ ਸਹੁੰ ਨੂੰ ਕਿਸੇ ਨੇ ਮੰਨਣਾ ਨਹੀਂ ਹੈ।
ਇਸ ਤਰ੍ਹਾਂ ਦੀ ਮਾਰ, ਇਸ ਤਰ੍ਹਾਂ ਦਾ ਸਮਾਂ ਆਉਣ ਵਾਲੇ ਸਮੇਂ ਵਿੱਚ ਬੰਨਾ ਹੈ। ਕਾਜੀਆਂ ਬਾਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਸਤਿਗੁਰੂ ਬਚਨ ਕਰਦੇ, ਕਾਜੀਆਂ ਤੇ ਬਾਹਮਣਾਂ ਦੀ ਗੱਲ ਤੇ ਇੱਕ ਪਾਸੇ ਰਹਿ ਜਾਣੀ ਹੈ। ਧਾਰਮਿਕ ਦੇ ਵਿੱਚ, ਧਰਮ ਦੇ ਵਿੱਚ ਜਿਹੜੇ ਧਾਰਮਿਕ ਲੋਕ ਨੇ ਨਾ, ਜਿਵੇਂ ਮੁਸਲਮਾਨਾਂ ਵਿੱਚ ਵਿਆਹ ਹੁੰਦਾ ਤੇ ਕਾਜੀ ਪੜਦਾ ਹੈ, ਉਸ ਨੂੰ ਕਿਹਾ ਜਾਂਦਾ ਨਿਕਾਹ ਪੜਿਆ। ਜੇ ਹਿੰਦੂਆਂ ਵਿੱਚ ਵਿਆਹ ਹੁੰਦਾ ਤੇ ਬ੍ਰਾਹਮਣ ਕਰਾਉਂਦਾ ਹੈ, ਉਹ ਅੱਗ ਬਾਲ ਕੇ ਤੇ ਮੰਤਰ ਪੜਦਾ ਤੇ ਫਿਰ ਫੇਰੇ ਕਰਵਾਉਂਦਾ ਹੈ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਲਾਲੋ, ਕਲਯੁਗ ਦਾ ਸਮਾਂ ਹੀ ਇਸ ਤਰ੍ਹਾਂ ਦਾ ਭਿਆਨਕ ਆ ਜਾਵੇਗਾ, ਇਹ ਲੋਕ ਕਾਜੀਆਂ ਤੇ ਬਾਹਮਣਾਂ ਨੂੰ ਭੁੱਲ ਹੀ ਜਾਣਗੇ, ਪਰੇ ਕਰ ਦੇਣਗੇ। ਕਹਿਣ ਲੱਗੇ, ਮੈਨੂੰ ਵਿਆਹ ਕਰਾਉਣ ਵਾਸਤੇ ਕਾਜੀ ਦੀ ਲੋੜ ਨਹੀਂ ਹੈ, ਮੈਨੂੰ ਵਿਆਹ ਕਰਾਉਣ ਵਾਸਤੇ ਬ੍ਰਾਹਮਣ ਦੀ ਲੋੜ ਨਹੀਂ ਹੈ। ਕਾਜੀ ਤੇ ਬ੍ਰਾਹਮਣ ਧਰਮ ਦੇ ਜਿਹੜੇ ਲੋਕ ਨੇ, ਧਾਰਮਿਕ ਲੋਕ ਜਿਹੜੇ ਨੇ, ਜਿਨ੍ਹਾਂ ਨੇ ਧਰਮ ਦੀ ਕਿਤਾਬ ਪੜ੍ਹ ਕੇ ਨਿਕਾਹ ਕਰਨਾ ਹੈ, ਉਹਨਾਂ ਨੂੰ ਪੁੱਛੇਗਾ ਕੋਈ ਨਹੀਂ, ਉਹਨਾਂ ਨੂੰ ਪਰੇ ਕਰ ਦਿੱਤਾ ਜਾਵੇਗਾ। ਫਿਰ ਕੀ ਹੋਵੇਗਾ? ਅਗਦ ਪੜੇ ਸ਼ੈਤਾਨ ਵੇ ਲਾਲੋ। ਗੁਰਮੁਖੋ, ਸ਼ੈਤਾਨ ਨਾਮ ਇੱਥੇ ਕਾਮਦੇਵ ਦਾ ਹੈ। ਕਹਿਣ ਲੱਗੇ, ਭਾਈ ਕਾਮ ਹੀ ਇਹਨਾਂ ਦੇ ਨਿਕਾਹ ਪੜੇਗਾ। ਆਉਣ ਵਾਲੇ ਸਮੇਂ ਵਿੱਚ, ਕਲਯੁਗ ਦੇ ਵਿੱਚ ਲੋਕ ਕਾਮੀ ਹੋ ਜਾਣਗੇ। ਨਾ ਉੱਥੇ ਪੰਡਤ ਦੀ ਲੋੜ ਰਹਿਣੀ ਹੈ, ਨਾ ਕਾਜੀ ਦੀ ਲੋੜ ਰਹਿਣੀ ਹੈ, ਨਾ ਧਾਰਮਿਕ ਕਿਸੇ ਵਿਅਕਤੀ ਦੀ ਲੋੜ ਰਹਿਣੀ ਹੈ। ਕਾਮ ਇੰਨਾ ਪ੍ਰਭਾਵ ਪਾ ਲਵੇਗਾ ਜਾਂ ਇੰਨਾ ਤਾਕਤ ਵਾਲਾ ਹੋ ਜਾਵੇਗਾ, ਮੰਨ ਲਓ ਵੀ ਕਾਮ ਹੀ ਇਹਨਾਂ ਦੇ ਵਿਆਹ ਪੜੇਗਾ। ਭਾਵ ਇਹ ਹੈ ਵੀ ਇਸਤਰੀਆਂ ਆਪਣੇ ਆਪ ਹੀ ਜਾ ਕੇ ਮਰਦਾਂ ਦੇ ਵਸ ਜਾਇਆ ਕਰਨਗੀਆਂ, ਵਿਆਹ ਦੀ ਲੋੜ ਨਹੀਂ ਪਿਆ ਕਰੇਗੀ, ਆਪੇ ਹੀ ਘਰੋਂ ਛੱਡ ਕੇ ਦੌੜ ਜਾਇਆ ਕਰਨਗੀਆਂ ਅਤੇ ਦੂਜੇ ਮਰਦਾਂ ਦੇ ਨਾਲ ਜਾ ਕੇ ਵਸ ਜਾਣਗੀਆਂ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਕਲਯੁਗ ਦੇ ਵਿੱਚ ਮਰਦ ਇਸ ਤਰ੍ਹਾਂ ਦੇ ਹੋਣਗੇ ਕਿ ਉਹ ਜ਼ਬਰਦਸਤੀ ਚੁੱਕ ਕੇ ਹੀ ਲੈ ਜਾਇਆ ਕਰਨਗੇ, ਭਜਾ ਕੇ ਲੈ ਜਾਣਗੇ। ਕਿਸੇ ਨੂੰ ਧਾਰਮਿਕ ਕਿਤਾਬ ਦੀ ਲੋੜ ਨਹੀਂ ਪਵੇਗੀ ਵੀ ਕਾਜੀ ਬੁਲਾ ਲਈਏ, ਮੰਤਰ ਪੜ੍ਹ ਲਈਏ, ਬ੍ਰਾਹਮਣ ਬਣਾ ਲਈਏ, ਮੰਤਰ ਪੜ੍ਹ ਲਈਏ। ਨਹੀਂ, ਨਾ ਕਾਜੀ ਨੂੰ ਕਿਸੇ ਨੇ ਪੁੱਛਣਾ ਤੇ ਨਾ ਬ੍ਰਾਹਮਣ ਨੂੰ ਕਿਸੇ ਨੇ ਪੁੱਛਣਾ। ਕਲਯੁਗ ਦਾ ਸਮਾਂ ਹੀ ਇਹੋ ਜਿਹਾ ਹੋਵੇਗਾ, ਇਹ ਜਵਾਨ ਲੜਕੀਆਂ ਲੜਕੇ ਜਿਹੜੇ ਨੇ ਕਾਮ ਦੇ ਵਿੱਚ ਇੰਨੇ ਗਰਸੇ ਜਾਣਗੇ, ਆਪਣੇ ਆਪ ਹੀ ਆਪਣਾ ਵਿਆਹ ਕਰ ਲੈਣਗੇ, ਇੱਕ ਦੂਜੇ ਦੇ ਜਾ ਕੇ ਵਸਣ ਲੱਗ ਪੈਣਗੇ, ਦੌੜ ਜਾਇਆ ਕਰਨਗੇ ਘਰ ਛੱਡ ਕੇ। ਇਹਨਾਂ ਨੇ ਧਰਮ ਨੂੰ ਮੰਨਣਾ ਹੀ ਨਹੀਂ ਹੈ। ਭਾਈ ਲਾਲੋ, ਕਲਯੁਗ ਦਾ ਸਮਾਂ ਇਸ ਤਰ੍ਹਾਂ ਦਾ ਆਉਣ ਵਾਲਾ ਹੈ, ਇਸ ਤਰ੍ਹਾਂ ਦਾ ਸਮਾਂ ਹੋਵੇਗਾ। ਗੁਰਮੁਖੋ, ਜਿਹੜਾ ਧਾਰਮਿਕ ਗ੍ਰੰਥ ਹੈ ਨਾ ਈਸਾਈਆਂ ਦਾ ਬਾਈਬਲ, ਤੇ ਧਾਰਮਿਕ ਗ੍ਰੰਥ ਹੈ ਮੁਸਲਮਾਨਾਂ ਦਾ ਕੁਰਾਨ, ਇਹਨਾਂ ਦੋਨਾਂ ਦੇ ਵਿੱਚ ਸ਼ੈਤਾਨ ਨੂੰ ਫਰਿਸ਼ਤਾ ਲਿਖਿਆ। ਜੇ ਕਿਤੇ ਤੁਹਾਨੂੰ ਇਹ ਗ੍ਰੰਥ ਬਾਈਬਲ ਪੜ੍ਹਨ ਦਾ ਜਾਂ ਕੁਰਾਨ ਪੜ੍ਹਨ ਦਾ ਕਿਤੇ ਮੌਕਾ ਮਿਲੇ, ਉਹਦੇ ਵਿੱਚ ਸ਼ੈਤਾਨ ਨੂੰ ਦੇਵਤਾ ਆਪਾਂ ਕਹਿ ਸਕਦੇ, ਫਰਿਸ਼ਤਾ ਕਹਿ ਲਈਏ, ਦੇਵਤਾ ਕਹਿ ਲਈਏ, ਇੱਕੋ ਹੀ ਗੱਲ ਹੈ। ਉਹਨੂੰ ਚੰਗਾ ਆਦਮੀ ਲਿਖਿਆ ਹੈ। ਤੇ ਵਿਦਵਾਨ ਕਹਿੰਦੇ ਨੇ ਵੀ ਇਹ ਸ਼ੈਤਾਨ ਦੀ ਜਿਹੜੀ ਉਪਜ ਹੈ ਨਾ, ਖੁਦਾ ਨੇ, ਮੁਸਲਮਾਨ ਗ੍ਰੰਥ ਕਹਿੰਦਾ ਵੀ ਖੁਦਾ ਨੇ ਸ਼ੈਤਾਨ ਨੂੰ ਜਿਹੜਾ ਬਣਾਇਆ ਹੈ, ਕੇਵਲ ਇੱਕ ਤੱਤ ਤੋਂ ਹੀ ਬਣਾਇਆ, ਕੱਲੀ ਅਗਨੀ ਤੋਂ ਬਣਿਆ ਸ਼ੈਤਾਨ, ਕੱਲੇ ਅੱਗ ਦੇ ਤੱਤ ਤੋਂ ਹੀ ਬਣਿਆ ਹੈ। ਤੇ ਕਹਿਣ ਲੱਗੇ, ਕੁਝ ਸਮੇਂ ਬਾਅਦ ਖੁਦਾ ਨੇ ਫਿਰ ਮਿੱਟੀ ਤੋਂ ਬਾਬਾ ਆਦਮ ਬਣਾਇਆ। ਮੁਸਲਮਾਨ ਧਾਰਮਿਕ ਗ੍ਰੰਥ ਪੜ੍ਹੋਗੇ, ਉਹਦੇ ਵਿੱਚ ਬਾਬਾ ਆਦਮ ਤੇ ਅੰਮਾ ਹਵਾ, ਇਹਨਾਂ ਦੋਨਾਂ ਦਾ ਜ਼ਿਕਰ ਹੈ ਵੀ ਇਹ ਸਭ ਤੋਂ ਪਹਿਲਾਂ ਖੁਦਾ ਨੇ ਬਣਾਏ। ਉਹਨਾਂ ਨੂੰ ਬਣਾਇਆ ਮਿੱਟੀ ਤੋਂ। ਜਦੋਂ ਬਾਬੇ ਆਦਮ ਨੂੰ ਮਿੱਟੀ ਤੋਂ ਬਣਾਇਆ ਨਾ, ਤੇ ਉਸ ਵੇਲੇ ਖੁਦਾ ਨੇ ਹੁਕਮ ਕੀਤਾ ਵੀ ਸਾਰੇ ਫਰਿਸ਼ਤੇ ਇਹਨੂੰ ਨਮਸਕਾਰ ਕਰੋ, ਮੈਂ ਇਨਸਾਨ ਬਣਾਇਆ। ਇਹ ਬਚਨ ਮੰਨ ਕੇ ਖੁਦਾ ਦਾ ਮੁਸਲਮਾਨ ਗ੍ਰੰਥ ਕਹਿੰਦਾ ਵੀ ਸਾਰਿਆਂ ਦੇ ਫਰਿਸ਼ਤਿਆਂ ਨੇ ਨਮਸਕਾਰ ਕੀਤੀ, ਖੁਦਾ ਦਾ ਹੁਕਮ ਜਾਣ ਕੇ ਵੀ ਸਾਨੂੰ ਖੁਦਾ ਨੇ ਆਖਿਆ ਜੋ ਮਰਜ਼ੀ ਬਣਾਇਆ ਹੋਵੇ, ਭਾਵੇਂ ਉਹ ਮਿੱਟੀ ਦਾ ਹੀ ਬਣਿਆ, ਨਮਸਕਾਰ ਸਾਰਿਆਂ ਨੇ ਕੀਤੀ। ਪਰ ਸ਼ੈਤਾਨ ਨੇ ਨਮਸਕਾਰ ਨਾ ਕੀਤੀ। ਖੁਦਾ ਨੇ ਪੁੱਛਿਆ ਵੀ ਸ਼ੈਤਾਨ ਤੂੰ ਕਿਉਂ ਨਹੀਂ ਕੀਤੀ ਨਮਸਕਾਰ ਮੇਰੇ ਕਹਿਣ ਤੇ ਸ਼ੈਤਾਨ ਬੋਲਿਆ, ਕਹਿਣ ਲੱਗਾ ਜੀ ਮੈਂ ਨਹੀਂ ਕਰਾਂਗਾ, ਕਿਉਂਕਿ ਮੈਂ ਬਣਿਆ ਅੱਗ ਤੋਂ, ਇਹ ਬਣਿਆ ਮਿੱਟੀ ਤੋਂ, ਮੇਰਾ ਰੁਤਬਾ ਉੱਚਾ ਹੈ, ਇਹਦਾ ਰੁਤਬਾ ਮੇਰੇ ਤੋਂ ਨੀਵਾਂ ਹੈ, ਇਹ ਨਿਊਨ ਹੈ, ਤੇ ਮੈਂ ਆਪਣੇ ਤੋਂ ਨੀਵੇਂ ਨੂੰ ਕਿਉਂ ਨਮਸਕਾਰ ਕਰਾਂ, ਮੈਂ ਨਹੀਂ ਕਰਾਂਗਾ। ਜਦੋਂ ਇਹ ਬਚਨ ਸ਼ੈਤਾਨ ਨੇ ਕੀਤਾ ਤੇ ਖੁਦਾ ਨੂੰ ਗੁੱਸਾ ਆ ਗਿਆ, ਤੇ ਖੁਦਾ ਨੇ ਹੁਕਮ ਦਿੱਤਾ ਵੀ ਤੂੰ ਭਿਸਤ ਵਿੱਚੋਂ ਬਾਹਰ ਨਿਕਲ ਜਾ, ਜਾਂ ਆਪਾਂ ਕਹਿ ਦਈਏ ਵੀ ਸਵਰਗ ਵਿੱਚੋਂ ਬਾਹਰ ਨਿਕਲ ਜਾ, ਤੇਰੀ ਇੱਥੇ ਲੋੜ ਨਹੀਂ ਹੈ। ਜਦੋਂ ਇਹ ਬਚਨ ਕੀਤਾ ਤੇ ਸ਼ੈਤਾਨ ਨੂੰ ਕਹਿੰਦੇ ਗੁੱਸਾ ਆ ਗਿਆ। ਸ਼ੈਤਾਨ ਨੇ ਫਿਰ ਆਦਮ ਨੂੰ ਬਚਨ ਹੋਇਆ ਸੀ ਖੁਦਾ ਦਾ ਵੀ ਤੂੰ ਅੰਨ ਨਹੀਂ ਮੂੰਹ ਵਿੱਚ ਪਾਉਣਾ, ਤੇ ਕਹਿਣ ਲੱਗੇ ਸ਼ੈਤਾਨ ਨੇ ਫਿਰ ਚਲਾਕੀ ਦੇ ਨਾਲ ਨਾ ਕੋਈ ਫਲ ਖਾਣ ਵਾਸਤੇ ਆਦਮ ਨੂੰ ਦੇ ਦਿੱਤਾ।
ਜਦੋਂ ਆਦਮ ਨੂੰ ਉਹ ਫਲ ਦਿੱਤਾ ਤੇ ਫਿਰ ਆਦਮ ਜਿਹੜਾ ਹੈ ਦੁਨੀਆ ਤੇ ਆ ਕੇ, ਦੁਨੀਆ ਬੜੀ ਲੰਮਾ ਪ੍ਰਸੰਗ ਹੈ, ਤੇ ਉਸ ਵੇਲੇ ਸ਼ੈਤਾਨ ਨੇ ਆਖਿਆ, ਕਹਿਣ ਲੱਗਾ ਖੁਦਾ ਤੂੰ ਮੈਨੂੰ ਭਿਸ਼ਤਾਂ ਵਿੱਚੋਂ ਤੇ ਕੱਢ ਦਿੱਤਾ, ਪਰ ਜਿਹੜਾ ਤੂੰ ਇਹ ਆਦਮ ਬਣਾਇਆ ਹੈ ਨਾ, ਮੈਂ ਇਹਨੂੰ ਤੇਰੀ ਬੰਦਗੀ ਨਹੀਂ ਕਰਨ ਦੇਵਾਂਗਾ। ਤੂੰ ਮੇਰੀ ਨਰਾਦਰੀ ਕੀਤੀ ਹੈ ਨਾ, ਮੈਨੂੰ ਕੱਢਿਆ ਹੈ ਤੂੰ, ਮੈਂ ਇਸ ਆਦਮ ਨੂੰ ਤੇਰੀ ਬੰਦਗੀ ਨਹੀਂ, ਤੇਰੇ ਪਾਸੇ ਨਹੀਂ ਆਉਣ ਦੇਵਾਂਗਾ। ਮੈਂ ਇਹਨੂੰ ਇਹੋ ਜਿਹੇ ਵਕਾਰਾਂ ਦੇ ਵਿੱਚ ਉਲਝਾ ਦੇਵਾਂਗਾ ਵੀ ਇਹ ਤੈਨੂੰ ਯਾਦ ਨਹੀਂ ਕਰ ਸਕੇਗਾ। ਜਿਹੜੀ ਇਹਦੀ ਅੱਗੇ ਔਲਾਦ ਹੋਵੇਗੀ, ਜਿਵੇਂ ਮੰਨ ਲਓ ਇਨਸਾਨ ਬਣੇ, ਮੁਸਲਮਾਨ ਕਹਿੰਦਾ ਵੀ ਇਨਸਾਨ ਜਿਹੜਾ ਆਦਮ ਤੋਂ ਹੀ ਬਣਿਆ, ਤੇ ਸ਼ੈਤਾਨ ਨੇ ਆਖਿਆ ਵੀ ਜਿਹੜੀ ਇਹਦੀ ਔਲਾਦ ਬਣੇਗੀ ਨਾ, ਮੈਂ ਉਹਨੂੰ ਵੀ ਐਸਾ ਉਲਝਾ ਦੇਵਾਂਗਾ ਵਕਾਰਾਂ ਦੇ ਵਿੱਚ, ਇਹਦੀ ਔਲਾਦ ਜਿਹੜੇ ਮਨੁੱਖ ਹੋਣਗੇ ਖੁਦਾ, ਉਹ ਵੀ ਤੈਨੂੰ ਯਾਦ ਨਹੀਂ ਕਰਨਗੇ। ਕੋਈ ਨਮਾਜ਼ੀ ਨਹੀਂ ਪੱਕਾ ਰਹੇਗਾ, ਕੋਈ ਪੱਕਾ ਮੰਤਰ ਪੜਨ ਵਾਲਾ, ਕੋਈ ਪੱਕਾ ਰੱਬ ਦੀ ਬੰਦਗੀ ਕਰਨ ਵਾਲਾ, ਕੋਈ ਬਦਲਾ ਹੀ ਹੋਵੇਗਾ। ਸਾਰੀ ਦੁਨੀਆ ਨੂੰ ਮੈਂ ਆਪਣੇ ਵਿੱਚ ਲਾ ਲਵਾਂਗਾ, ਕਿਸੇ ਨੂੰ ਕਾਮ ਦੇ ਵਿੱਚ, ਕਿਸੇ ਨੂੰ ਕ੍ਰੋਧ ਵਿੱਚ, ਕਿਸੇ ਨੂੰ ਲੋਭ ਦੇ ਵਿੱਚ, ਕਿਸੇ ਨੂੰ ਮੋਹ ਦੇ ਵਿੱਚ, ਕਿਸੇ ਨੂੰ ਹੰਕਾਰ ਦੇ ਵਿੱਚ, ਮੈਂ ਸਾਰਿਆਂ ਨੂੰ ਲਾ ਕੇ ਆਪਣੇ ਵਿੱਚ ਲੈ ਆਵਾਂਗਾ, ਤੇਰੇ ਵਾਲੇ ਪਾਸੇ ਮੈਂ ਆਉਣ ਨਹੀਂ ਦਿਆਂਗਾ। ਕਹਿਣ ਲੱਗੇ ਵੀ ਇਹ ਸ਼ੈਤਾਨ ਨੇ ਉਸ ਵੇਲੇ ਇਹ ਖੁਦਾ ਨੂੰ ਆਖਿਆ ਇਸ ਵਾਸਤੇ ਕਿਉਂਕਿ ਸ਼ੈਤਾਨ ਨੇ ਆਦਮ ਨੂੰ ਨਮਸਕਾਰ ਨਾ ਕੀਤੀ, ਤੇ ਖੁਦਾ ਨੇ ਆਖਿਆ ਵੀ ਨਮਸਕਾਰ ਕਰ। ਕਹਿਣ ਲੱਗਾ ਵੀ ਮੈਂ ਨਹੀਂ ਕਰਾਂਗਾ, ਮੈਂ ਵੱਡਾ ਤੇ ਇਹ ਛੋਟਾ, ਮੈਂ ਕਿਉਂ ਕਰਾਂ। ਫਿਰ ਖੁਦਾ ਨੇ ਉਹ ਸ਼ੈਤਾਨ ਨੂੰ ਭਿਸ਼ਤਾਂ ਵਿੱਚੋਂ ਬਾਹਰ ਕੱਢਿਆ, ਤੇ ਫਿਰ ਸ਼ੈਤਾਨ ਨੇ ਆਖਿਆ ਵੀ ਮੈਨੂੰ ਭਿਸ਼ਤਾਂ ਚੋਂ ਤੇ ਬਾਹਰ ਕੱਢ ਦਿੱਤਾ, ਪਰ ਜਿਹਨੂੰ ਤੂੰ ਬਣਾਇਆ ਹੈ ਮੈਂ ਇਹਨੂੰ ਤੇਰੀ ਬੰਦਗੀ ਵੀ ਨਹੀਂ ਕਰਨ ਦੇਵਾਂਗਾ। ਜਿਹੜੀ ਇਹਦੀ ਅੱਗੇ ਔਲਾਦ ਹੋਵੇਗੀ ਉਹਨਾਂ ਨੂੰ ਵੀ ਬੰਦਗੀ ਨਹੀਂ ਕਰਨ ਦੇਵਾਂਗਾ। ਮੈਂ ਹਰ ਵੇਲੇ ਵਿੱਚ ਕੋਈ ਨਾ ਕੋਈ ਅੜਿੱਕਾ ਪਾ ਕੇ ਰੱਖਾਂਗਾ, ਕੋਈ ਅੜਚਣ ਬਣੀ ਰਹੇਗੀ, ਕੋਈ ਰੁਕਾਵਟ ਪਾ ਕੇ ਹੀ ਰੱਖਾਂਗਾ। ਇਸ ਤਰ੍ਹਾਂ ਕਹਿੰਦੇ ਵੀ ਸ਼ੈਤਾਨ ਨੇ ਉਸ ਵੇਲੇ ਖੁਦਾ ਨੂੰ ਬਚਨ ਕੀਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇਲਾ ਲੋ। ਉਹ ਜਿਹੜਾ ਸ਼ੈਤਾਨ ਹੈ ਨਾ, ਖੁਦਾ ਦੇ ਵੱਲੋਂ ਸ਼ਰਾਪਿਆ ਹੋਇਆ, ਉਹਨੇ ਫਿਰ ਕਾਮ ਦਾ ਰੂਪ ਲੈ ਲਿਆ ਦੁਨੀਆ ਤੇ ਆ ਕੇ, ਵਕਾਰ ਲੋਭ ਦਾ ਰੂਪ ਲੈ ਲਿਆ, ਹੰਕਾਰ ਦਾ ਰੂਪ ਲੈ ਲਿਆ, ਤੇ ਉਹਨੇ ਦੁਨੀਆ ਦੇ ਵਿੱਚ ਆ ਕੇ ਆਖਿਆ ਵੀ ਕਾਜੀ ਦੀ ਕੀ ਲੋੜ ਹੈ ਨਿਕਾਹ ਪੜਨ ਵੇਲੇ, ਮੀਆਂ ਬੀਬੀ ਰਾਜੀ ਤੇ ਕੀ ਕਰੇਗਾ ਕਾਜੀ। ਕਹਾਵਤ ਬਣੀ ਹੈ ਨਾ, ਕਾਜੀ ਕੀ ਕਰਨਾ ਹੈ, ਕਾਜੀ ਤੋਂ ਨਿਕਾਹ ਕਾਹਦਾ ਪੜਾਉਣਾ ਹੈ। ਜਦੋਂ ਲੜਕੀ ਲੜਕੇ ਨੂੰ ਮਨਜ਼ੂਰ ਹੈ ਆਪੇ ਹੀ ਆਪਣਾ ਵਿਆਹ ਕਰ ਲਓ ਤੇ ਆਪ ਹੀ ਜਾ ਕੇ ਵਸ ਪਾਓ। ਇਸੇ ਤਰ੍ਹਾਂ ਬ੍ਰਾਹਮਣ ਦੀ ਕੀ ਲੋੜ ਹੈ, ਬੇਦੀ ਦੀ ਕੀ ਲੋੜ ਹੈ, ਮੰਤਰ ਪੜਨ ਦੀ ਕੀ ਲੋੜ ਹੈ, ਇਹ ਵੀ ਕੋਈ ਲੋੜ ਨਹੀਂ ਹੈ। ਆਪਾਂ ਆਪੇ ਹੀ ਮੰਤਰ ਪੜ ਲਈਏ ਤੇ ਆਪਣਾ ਵਿਆਹ ਆਪੇ ਹੀ ਕਰ ਲਈਏ। ਅੱਜ ਇਸੇ ਤਰ੍ਹਾਂ ਹੀ ਹੁੰਦਾ ਹੈ, ਜੇ ਪੰਡਤ ਨਾ ਮਿਲੇ ਮੰਤਰ ਪੜਨ ਵਾਲਾ ਤੇ ਕੈਸਟ ਲਾ ਦਿੱਤੀ ਜਾਂਦੀ ਹੈ, ਜਾਂ ਮੋਬਾਈਲ ਤੇ ਹੀ ਲਾ ਦਿੱਤਾ ਜਾਂਦਾ ਮੰਤਰ ਲਾ ਕੇ, ਤੇ ਆਪੇ ਹੀ ਅੱਗ ਦੇ ਦੁਆਲੇ ਫੇਰੇ ਲੈ ਲੈਂਦੇ। ਚਲੋ ਜੀ ਇਹ ਵਿਆਹ ਹੋ ਗਿਆ। ਮਹਾਰਾਜ ਕਹਿਣ ਲੱਗੇ ਕਲਯੁਗ ਦਾ ਸਮਾਂ ਹੀ ਇਸ ਤਰ੍ਹਾਂ ਦਾ ਆਵੇਗਾ, ਵਿਆਹ ਕਰਾਉਣ ਵਾਸਤੇ, ਪੜਾਉਣ ਵਾਸਤੇ ਨਿਕਾਹ ਨਾ ਕਾਜੀ ਦੀ ਲੋੜ ਪੈਣੀ, ਨਾ ਬ੍ਰਾਹਮਣ ਦੀ ਲੋੜ ਪੈਣੀ ਹੈ। ਇਹਨਾਂ ਦੇ ਮੰਤਰ ਤੇ ਹੁਣ ਭਾਈ ਲਾ ਲਓ ਸ਼ੈਤਾਨ ਹੀ ਪੜਿਆ ਕਰੇਗਾ, ਭਾਵ ਕੇ ਕਾਮਦੇਵ ਵੀ ਪੜਿਆ ਕਰੇਗਾ। ਔਰਤਾਂ ਵੀ ਆਪਣੇ ਆਪ ਜਾ ਕੇ ਵਸਿਆ ਕਰਨਗੀਆਂ, ਔਰ ਜਿਹੜੇ ਮਰਦ ਹੋਣਗੇ ਉਹ ਧੱਕੇ ਜੋਰੀ ਦੇ ਨਾਲ ਇਸ ਤਰ੍ਹਾਂ ਹੀ ਘਰ ਵਸਾਇਆ ਕਰਨਗੇ। ਐਸੀ ਇਹਨਾਂ ਦੀ ਹਾਲਤ ਹੈ। ਉਹ ਕਲਯੁਗ ਦਾ ਸਮਾਂ ਇਸ ਤਰ੍ਹਾਂ ਦਾ ਬੰਨਾ ਹੈ। ਮੁਸਲਮਾਨੀਆਂ ਪੜੇ ਕਿਤਾਬਾਂ ਕਸ਼ਟ ਮੈਂ ਕਰੈ ਖੁਦਾਏ ਵੇ ਲਾਲੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੱਜ ਇਹਨਾਂ ਮੁਸਲਮਾਨਾਂ ਦੀਆਂ ਜਿਹੜੀਆਂ ਔਰਤਾਂ ਨੇ, ਪਠਾਨੀਆਂ ਨੇ, ਉਹ ਪੜ੍ਹੇ ਤੋਂ ਭਾਵ ਹੈ ਪਰਦੇ ਦੇ ਵਿੱਚ ਕੁਰਾਨ ਪੜ੍ਹਦੀਆਂ। ਮੁਸਲਮਾਨ ਜਿਹੜੀਆਂ ਔਰਤਾਂ ਨੇ ਨਾ ਉਹ ਪਰਦਾ ਰੱਖਦੀਆਂ। ਜੇ ਕੁਰਾਨ ਪੜ੍ਹਦੀਆਂ ਨਾ ਤੇ ਉਹ ਪਰਦੇ ਵਿੱਚ ਆਪਣੇ ਘਰ ਵਿੱਚ ਪੜ੍ਹਦੀਆਂ। ਜੇ ਘਰੋਂ ਬਾਹਰ ਜਾਣਾ ਹੈ ਤੇ ਉਹ ਬੁਰਕਾ ਪਾ ਕੇ ਜਾਂਦੀਆਂ, ਪਰਦਾ ਕਰਕੇ ਜਾਂਦੀਆਂ। ਮਹਾਰਾਜ ਕਹਿਣ ਲੱਗੇ ਇਹ ਜਿਹੜੀਆਂ ਮੁਸਲਮਾਨ ਔਰਤਾਂ ਅੱਜ ਪਰਦੇ ਵਿੱਚ ਕੁਰਾਨ ਪੜ੍ਹਦੀਆਂ, ਜਾਂ ਪਰਦਾ ਕਹੀਏ ਵੀ ਇਹ ਪਾ ਕੇ ਆਪਣੇ ਸਰੀਰ ਤੇ ਜਾਂਦੀਆਂ, ਲਿਬਾਸ ਵੀ ਸਾਨੂੰ ਕੋਈ ਵੇਖ ਨਾ ਲਵੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨਾਂ ਦੇ ਉੱਪਰ ਆ ਕੇ ਕਸ਼ਟ ਪਵੇਗਾ। ਪੜੇ ਤੋਂ ਭਾਵ ਹੈ ਪਵੇਗਾ। ਇਹਨਾਂ ਨੂੰ ਮੁਗਲ ਆ ਕੇ ਸਿਪਾਹੀ ਮਾਰਨਗੇ। ਜਦੋਂ ਮੁਗਲ ਸਿਪਾਹੀ ਮਾਰਨਗੇ ਨਾ ਬਾਬਰ ਦੇ ਆ ਕੇ, ਤੇ ਫਿਰ ਇਹ ਆਖਣਗੇ ਵੀ ਸਾਨੂੰ ਖੁਦਾ ਦੇ ਵਾਸਤੇ ਛੱਡ ਦਿਓ, ਸਾਨੂੰ ਖੁਦਾ ਦੇ ਵਾਸਤੇ ਛੱਡ ਦਿਓ। ਕਸ਼ਟ ਮੈਂ ਕਰਹਿ ਖੁਦਾਏ ਵੇ ਲਾਲੋ। ਜਦੋਂ ਮੁਸੀਬਤ ਵਿੱਚ ਪਵੇਗੀ ਤੇ ਫਿਰ ਆਖਣਗੇ ਵੀ ਖੁਦਾ ਦੇ ਵਾਸਤੇ ਛੱਡ ਦਿਓ। ਐਸੀਆਂ ਫਿਰ ਇਹਨਾਂ ਨੇ ਮਿੰਨਤਾਂ ਕਰਨੀਆਂ, ਐਸੇ ਇਹਨਾਂ ਨੇ ਤਰਲੇ ਕਰਨੇ ਨੇ। ਇਹ ਉਹਨਾਂ ਲੋਕਾਂ ਨੇ ਕਰਨੇ ਨੇ ਜਿਨ੍ਹਾਂ ਲੋਕਾਂ ਨੇ ਸੰਤਾਂ ਨੂੰ ਧੱਕੇ ਮਾਰੇ ਨੇ, ਫਿਰ ਬਖਸ਼ਿਸ਼ ਕਰਦੇ ਹਨ। ਮੁਸਲਮਾਨੀਆਂ ਪੜੇ ਕਿਤਾਬਾਂ
ਕਸ਼ਟ ਮੈਂ ਕਰੈ ਖੁਦਾਏ ਵੇ ਲਾਲੋ। ਸਤਿਗੁਰੂ ਬਚਨ ਕਰਦੇ, ਜਿਹੜੀਆਂ ਅੱਜ ਮੁਸਲਮਾਨ ਔਰਤਾਂ ਕਿਤਾਬ ਪੜ੍ਹਦੀਆਂ ਪਈਆਂ, ਧਾਰਮਿਕ ਗ੍ਰੰਥ ਪੜ੍ਹਦੀਆਂ ਪਈਆਂ, ਜਦੋਂ ਮੁਗਲਾਂ ਨੇ ਆ ਕੇ ਮਾਰ ਮਾਰੀ ਤੇ ਫਿਰ ਉਸ ਵੇਲੇ ਕਹਿਣਗੀਆਂ, ਯਾ ਖੁਦਾ ਸਾਡੇ ਤੋਂ ਕਿਹੜਾ ਗੁਨਾਹ ਹੋਇਆ ਹੈ ਜੋ ਸਾਨੂੰ ਐਸੀ ਮਾਰ ਪਈ ਹੈ, ਯਾ ਖੁਦਾ ਸਾਨੂੰ ਕਾਹਦੀ ਸਜ਼ਾ ਮਿਲਦੀ ਪਈ ਹੈ। ਇਸ ਤਰ੍ਹਾਂ ਉਸ ਵੇਲੇ ਖੁਦਾ ਨੂੰ ਵੀ ਉਹ ਮਿਹਣਾ ਮਾਰਨਗੇ ਵੀ ਖੁਦਾ ਸਾਨੂੰ ਸਜ਼ਾ ਕਿਉਂ ਮਿਲੀ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਉਹ ਕਹਿਣਗੀਆਂ ਵੀ ਤੁਹਾਨੂੰ ਖੁਦਾ ਦੀ ਸਹੁੰ ਲੱਗੇ ਸਾਨੂੰ ਛੱਡ ਦਿਓ। ਇਸ ਤਰ੍ਹਾਂ ਖੁਦਾ ਦੀ ਦੁਹਾਈ ਹੋਵੇਗੀ, ਪਰ ਕਿਸੇ ਨੇ ਇਹਨਾਂ ਦੀ ਦੁਹਾਈ ਸੁਣਨੀ ਨਹੀਂ ਹੈ। ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਪੀ ਲੇਖਾ ਲਾਏ ਵੇ ਲਾਲੋ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਭਾਈ ਲਾਲੋ ਜੀ ਦੇ ਨਾਲ ਬਚਨ ਕਰਦੇ ਪਏ, ਕਹਿਣ ਲੱਗੇ ਇਸ ਸ਼ਹਿਰ ਦੇ ਵਿੱਚ ਹੋਰ ਹਿੰਦਵਾਣੀਆਂ, ਇਕੱਲੇ ਮੁਗਲਾਂ ਦੀ ਗੱਲ ਨਹੀਂ ਹੈ, ਇਸ ਸ਼ਹਿਰ ਦੇ ਵਿੱਚ ਜਿਹੜੀਆਂ ਹਿੰਦੂ ਇਸਤਰੀਆਂ ਵਸਦੀਆਂ ਪਈਆਂ, ਕਹਿੰਦੇ ਵੀ ਉਹਨਾਂ ਦਾ ਵੀ ਇਹੋ ਹੀ ਹਾਲ ਹੋਣਾ ਹੈ। ਮੁਗਲ ਸਿਪਾਹੀਆਂ ਨੇ ਪੁੱਛਣਾ ਨਹੀਂ ਆ ਕੇ ਵੀ ਤੁਹਾਡੇ ਵਿੱਚੋਂ ਮੁਸਲਮਾਨ ਕੌਣ ਹੈ ਤੇ ਹਿੰਦੂ ਕੌਣ ਹੈ, ਨਹੀਂ ਪੁੱਛਿਆ ਜਾਵੇਗਾ। ਹਿੰਦੂ ਔਰਤਾਂ ਦਾ ਵੀ ਇਹੋ ਹੀ ਹਾਲ ਹੋਵੇਗਾ ਜਿਹੜਾ ਮੁਸਲਮਾਨੀਆਂ ਦਾ ਹੋਣਾ ਹੈ। ਜਾਤ ਸਨਾਤੀ, ਸਨਾਤੀ ਤੋਂ ਭਾਵ ਹੁੰਦਾ ਹੈ ਜਿਹੜੀਆਂ ਨੀਵੀਂ ਜਾਤ ਵਾਲੀਆਂ ਨੇ, ਉਹਨਾਂ ਇਸਤਰੀਆਂ ਦਾ ਵੀ ਇਹੋ ਹਾਲ ਹੀ ਹੋਵੇਗਾ। ਭਾਵੇਂ ਕਿਸੇ ਵੀ ਜਾਤ ਦੀ ਇਸਤਰੀ ਹੋਵੇ, ਕਿਸੇ ਵੀ ਧਰਮ ਦੀ ਹੋਵੇ, ਮੁਸਲਮਾਨ ਹੈ ਭਾਵੇਂ ਹਿੰਦੂ ਹੈ, ਭਾਵੇਂ ਕਿਸੇ ਗਰੀਬ ਦੀ ਔਰਤ ਭਾਵੇਂ ਅਮੀਰ ਦੀ ਔਰਤ ਹੈ, ਭਾਵੇਂ ਕਿਸੇ ਨੀਵੀਂ ਜਾਤ ਵਾਲੇ ਦੀ ਇਸਤਰੀ ਹੈ ਭਾਵੇਂ ਉੱਚੀ ਜਾਤ ਵਾਲੇ ਦੀ ਹੈ। ਮਹਾਰਾਜ ਕਹਿਣ ਲੱਗੇ, ਇਹ ਵੀ ਲੇਖੇ ਲਾਏ ਵੇ ਲਾਲੋ, ਇਹ ਸਾਰੀਆਂ ਲੇਖੇ ਲੱਗ ਜਾਣਗੀਆਂ, ਭਾਵ ਕਿ ਸਾਰੀਆਂ ਨੂੰ ਬਰਾਬਰ ਹੀ ਕਸ਼ਟ ਮਿਲੇਗਾ। ਇਹ ਸਾਰੀਆਂ ਹੀ ਬੰਨ ਲਈਆਂ ਜਾਣਗੀਆਂ, ਇਹਨਾਂ ਨੂੰ ਸਾਰੀਆਂ ਨੂੰ ਕਤਲ ਕੀਤਾ ਜਾਵੇਗਾ ਔਰ ਬੇਪਤ ਕੀਤੀਆਂ ਜਾਣਗੀਆਂ। ਐਸਾ ਸਮਾਂ ਇਹਨਾਂ ਤੇ ਆਉਣਾ ਹੈ। ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ, ਕਹਿਣ ਲੱਗੇ, ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇਜੜੀਆਂ, ਤਿੰਨ ਗਲ ਸਿਲਕਾ ਪਾਈਆਂ ਟੁੱਟਣ ਮੋਤ ਸਰੀਆਂ। ਇਹ ਗੁਰਬਾਣੀ ਦਾ ਬਚਨ ਹੈ ਕਿ ਜਿਹੜੀਆਂ ਇਸਤਰੀਆਂ ਆਪਣੇ ਮਹਿਲ ਦੇ ਵਿੱਚ ਗਿਰੀਆਂ ਖਾਂਦੀਆਂ ਸਨ, ਸ਼ੁਹਾਰੇ ਖਾਂਦੀਆਂ ਸਨ, ਚੰਗੇ ਚੰਗੇ ਪਦਾਰਥ ਖਾਂਦੀਆਂ ਸਨ, ਕਹਿਣ ਲੱਗੇ ਸਮਾਂ ਆਵੇਗਾ ਤਿੰਨ ਗਲ ਸਿਲਕਾਂ ਪਾਈਆਂ, ਸਿਲਕ ਨਾਮ ਹੈ ਰੱਸੀ ਦਾ, ਇਹਨਾਂ ਦੇ ਗਲ ਵਿੱਚ ਫਿਰ ਰੱਸੀਆਂ ਆ ਕੇ ਮੁਗਲ ਸਿਪਾਹੀ ਪਾਉਣਗੇ ਔਰ ਟੁੱਟਣ ਮੋਤਸਰੀਆਂ। ਮੋਤਸਰੀਆਂ ਤੋਂ ਭਾਵ ਹੁੰਦਾ ਜਿਹੜੀਆਂ ਅੱਜ ਇਹਨਾਂ ਨੇ ਮੋਤੀਆਂ ਦੀਆਂ ਮਾਲਾ ਗਲ ਵਿੱਚ ਪਾਈਆਂ ਨੇ, ਇਹਨਾਂ ਦੀਆਂ ਔਰਤਾਂ ਨੇ ਬੜੇ ਬੜੇ ਮਹਿੰਗੇ ਝੁਮਕੇ, ਗਹਿਣੇ, ਕਾਂਟੇ, ਹਾਰ ਸ਼ਿੰਗਾਰ ਕਈ ਤਰ੍ਹਾਂ ਦੇ ਗਲ ਵਿੱਚ ਪਾਏ, ਸੁੱਚੇ ਮੋਤੀਆਂ ਦੀਆਂ ਮਾਲਾ ਪਾ ਪਾ ਕੇ ਹਾਰ ਸ਼ਿੰਗਾਰ ਕਰਦੀਆਂ। ਮਹਾਰਾਜ ਕਹਿਣ ਲੱਗੇ, ਭਾਈ ਮੁਗਲ ਸਿਪਾਹੀ ਇਹਨਾਂ ਗਲਾਂ ਦੇ ਵਿੱਚ ਆ ਕੇ ਰੱਸੀਆਂ ਪਾ ਕੇ, ਜਿਵੇਂ ਪਸ਼ੂ ਨੂੰ ਰੱਸੇ ਤੋਂ ਖਿੱਚਿਆ ਜਾਂਦਾ ਹੈ, ਐਸੇ ਤਰ੍ਹਾਂ ਉਹ ਮੁਗਲ ਸਿਪਾਹੀ ਇਹਨਾਂ ਦੇ ਗਲ ਵਿੱਚ ਰੱਸੇ ਪਾ ਕੇ ਜਾਂ ਇਹਨਾਂ ਦੀਆਂ ਚੁੰਨੀਆਂ ਇਹਨਾਂ ਦੇ ਗਲ ਵਿੱਚ ਹੀ ਪਾ ਕੇ ਤੇ ਪਸ਼ੂਆਂ ਦੇ ਵਾਂਗ ਖਿੱਚ ਕੇ ਇਹਨਾਂ ਨੂੰ ਘਰਾਂ ਤੋਂ ਬਾਹਰ ਲੈ ਕੇ ਜਾਣਗੇ। ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇਜੜੀਆਂ, ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੂਤ ਸਰੀਆਂ, ਆਦੇਸ਼ ਤਿਸੈ ਆਦੇਸ਼, ਆਦਿ ਪੁਰਖ ਤੇਰਾ ਅੰਤ ਨ ਪਾਇਆ, ਕਰ ਕਰ ਵੇਖੈ ਵੇਸ। ਇਹ ਮਹਾਰਾਜ ਦੇ ਬਚਨ ਇਸੇ ਪ੍ਰਥਾਈ ਸਤਿਗੁਰਾਂ ਨੇ ਕੀਤੇ। ਇੱਥੇ ਵੀ ਬਚਨ ਆ ਗਿਆ, ਕਹਿਣ ਲੱਗੇ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖਿਆ ਲਾਏ ਵੇ ਲਾਲੋ। ਮੁਗਲਾਂ ਨੇ ਇਹ ਨਹੀਂ ਪੁੱਛਣਾ ਵੀ ਇੱਥੇ ਪਠਾਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਵੀ ਅਸੀਂ ਇਕੱਲੀਆਂ ਉਹਨਾਂ ਨੂੰ ਲੈ ਕੇ ਜਾਵਾਂਗੇ, ਨਹੀਂ, ਭਾਵੇਂ ਹਿੰਦੂਆਂ ਦੀਆਂ ਹੋਣ ਤੇ ਭਾਵੇਂ ਸਨਾਤੀ ਤੋਂ ਭਾਵ ਹੈ ਕਿਸੇ ਨੀਚ ਦੀ ਵੀ ਜਨਾਨੀ ਹੋਵੇਗੀ ਨਾ, ਉਹ ਵੀ ਉਹਨਾਂ ਨੇ ਛੱਡਣੀ ਨਹੀਂ, ਚੱਕ ਕੇ ਲੈ ਜਾਣਗੇ। ਕਈਆਂ ਨੂੰ ਕਤਲ ਕਰਨਗੇ, ਕਈਆਂ ਨੂੰ ਬੇਪਤ ਕਰਨਗੇ, ਕਈਆਂ ਨੂੰ ਜੇਲ੍ਹ ਵਿੱਚ ਉਹਨਾਂ ਨੇ ਸੁੱਟਣਾ ਹੈ। ਐਸੀ ਮਾਰ ਇਹਨਾਂ ਏਮਨਾਬਾਦ ਦੇ ਲੋਕਾਂ ਦੇ ਉੱਪਰ ਮਰਨੀ ਹੈ। ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਜਿਵੇਂ ਵਿਆਹ ਦੇ ਸਮੇਂ ਸੋਹਲੇ ਗਾਏ ਜਾਂਦੇ, ਗੀਤ ਗਾਏ ਜਾਂਦੇ ਸ਼ਗਨਾਂ ਦੇ, ਪਾਤਸ਼ਾਹ ਕਹਿਣ ਲੱਗੇ ਇੱਥੇ ਖੂਨ ਦੇ ਸੋਹਲੇ ਗਾਏ ਜਾਣਗੇ, ਖੂਨ ਦੇ ਗੀਤ ਗਾਏ ਜਾਣਗੇ। ਹਰ ਘਰ ਦੇ ਵਿੱਚ ਖੂਨ ਹੀ ਖੂਨ ਖਿਲ ਰਿਹਾ ਹੋਵੇਗਾ, ਹਰ ਘਰ ਵਿੱਚ ਮੁਰਦਿਆਂ ਦੀਆਂ ਗੱਲਾਂ ਹੋ ਰਹੀਆਂ ਹੋਣਗੀਆਂ। ਜਿਵੇਂ ਖੁਸ਼ੀ ਦੇ ਵਿੱਚ ਬੀਬੀਆਂ ਗੀਤ ਗਾਉਂਦੀਆਂ, ਵਿਆਹ ਦੇ ਘੋੜੀਆਂ ਵਗੈਰਾ ਕੱਢਦੀਆਂ, ਮਹਾਰਾਜ ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਇਹਨਾਂ ਦੇ ਘਰਾਂ ਦੇ ਵਿੱਚ ਉਸੇ ਤਰਜ਼ ਦੇ ਉੱਪਰ ਹੀ ਵੈਣ ਪੈਣਗੇ। ਜਿਵੇਂ ਗੀਤ ਗਾਇਆ ਜਾਂਦਾ ਨਾ ਹੇਕ ਲਾ ਕੇ, ਇਸੇ ਤਰ੍ਹਾਂ ਇਹ ਲੋਕ ਇਹਨਾਂ ਦੀਆਂ ਇਸਤਰੀਆਂ ਘਰਾਂ ਵਿੱਚ ਵੈਣ ਪਾਉਂਦੀਆਂ ਇਹ ਦਿਖਾਈ ਦੇਣਗੀਆਂ ਔਰ ਸੁਣਾਈ ਦੇਣਗੀਆਂ। ਖੂਨ ਕੇ ਸੋਹਲੇ ਗਾਵੀਐ ਨਾਨਕ, ਜਿਵੇਂ ਖੁਸ਼ੀ ਦੇ ਗੀਤ ਗਾਏ ਜਾਂਦੇ, ਇਹਨਾਂ ਦੇ ਘਰਾਂ ਵਿੱਚ ਖੂਨ ਦੇ ਗੀਤ ਗਾਏ ਜਾਣਗੇ, ਰੋਣ ਦੇ ਔਰ ਵੈਣ ਪਾਉਣ ਦੇ
ਤੇ ਮਹਾਰਾਜ ਕਹਿਣ ਲੱਗੇ ਰਤ ਕਾ ਕੁੰਗੂ ਲਾਏ ਵੇ ਲਾਲੋ। ਸੋ ਮਹਾਰਾਜ ਕਹਿਣ ਲੱਗੇ ਪਾਏ ਵੇ ਲਾਲੋ। ਕੁੰਗੂ ਨਾਮ ਕੇਸਰ ਦਾ, ਜਿਵੇਂ ਕੇਸਰ ਦਾ ਟਿੱਕਾ ਲਾਇਆ ਜਾਂਦਾ ਨਾ ਮੱਥੇ ਦੇ ਉੱਪਰ, ਇੱਥੇ ਕੇਸਰ ਦੇ ਨਹੀਂ, ਇੱਥੇ ਖੂਨ ਦੇ ਟਿੱਕੇ ਲੱਗਣਗੇ। ਇਹਨਾਂ ਦੇ ਸਰੀਰ, ਇਹਨਾਂ ਦੇ ਕੱਪੜੇ ਖੂਨ ਦੇ ਨਾਲ ਹੀ ਭਿੱਜ ਜਾਣਗੇ, ਜਿਵੇਂ ਕੇਸਰ ਛਿੜਕਿਆ ਜਾਂਦਾ ਨਾ ਕੱਪੜਿਆਂ ਦੇ ਉੱਪਰ। ਮਹਾਰਾਜ ਕਹਿਣ ਲੱਗੇ ਕੇਸਰ ਦੀ ਜਗ੍ਹਾ ਤੇ ਭਾਈ ਲਾਲੋ ਖੂਨ ਦੇ ਛੱਟੇ ਸਰੀਰਾਂ ਤੇ ਵਧਣਗੇ। ਇਹਨਾਂ ਦੇ ਕੱਪੜੇ ਜਿਹੜੇ ਖੂਨੋਂ ਖੂਨ ਹੋ ਜਾਣਗੇ ਅਤੇ ਘਰਾਂ ਦੇ ਵਿੱਚ ਲਾਸ਼ਾਂ ਇਹਨਾਂ ਦੀਆਂ ਡਿੱਗੀਆਂ, ਘਰ ਲਾਸ਼ਾਂ ਹੀ ਲਾਸ਼ਾਂ ਹੋਣਗੀਆਂ। ਉਹਨਾਂ ਲਾਸ਼ਾਂ ਦੇ ਸਰਾਣੇ ਬੈਠੀਆਂ ਇਹਨਾਂ ਦੀਆਂ ਇਸਤਰੀਆਂ ਫਿਰ ਖੂਨ ਦੇ ਸੋਲੇ ਗਾਉਣਗੀਆਂ, ਭਾਵ ਕੇ ਵੈਣ ਪਾਉਣਗੀਆਂ, ਰੋਣਗੀਆਂ, ਕਰਲਾਉਣਗੀਆਂ। ਐਸੀਆਂ ਆਵਾਜ਼ਾਂ ਇਹਨਾਂ ਦੇ ਘਰਾਂ ਵਿੱਚੋਂ ਬਾਹਰ ਸੁਣਾਈ ਦੇਣੀਆਂ ਹਨ। ਸਾਹਿਬ ਕੇ ਗੁਣ ਨਾਨਕ ਗਾਵੇ। ਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਤੇ ਉਸ ਸਾਹਿਬ ਅਕਾਲ ਪੁਰਖ ਦੇ ਗੁਣ ਗਾਉਂਦੇ ਆ, ਔਰ ਅਸੀਂ ਆਉਣ ਵਾਲਾ ਸਮਾਂ ਇਹਨਾਂ ਨੂੰ ਦੱਸਿਆ ਵੀ ਇਹਨਾਂ ਤੇ ਐਸਾ ਸਮਾਂ ਆ ਕੇ ਬੰਨਾ ਹੈ। ਮਾਸਪੁਰੀ ਵਿੱਚ ਆਖ ਮਸੋਲਾ। ਮਾਸਪੁਰੀ, ਇਹ ਜਿਹੜਾ ਮਾਸ ਦਾ ਪੁਰੀ ਕਹੀਏ ਸਰੀਰ ਹੈ, ਇਹ ਜਿਹੜਾ ਮਾਸ ਦਾ ਸਰੀਰ ਹੈ ਨਾ, ਇਹਦੇ ਵਿੱਚ ਬੈਠ ਕੇ ਅਸੀਂ ਇਹ ਮਸੋਲਾ ਕਹੀਏ, ਮਸਲਾ ਆਖਿਆ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਭਾਈ ਲਾਲੋ ਜੀ, ਇਹ ਸਾਡਾ ਜਿਹੜਾ ਮਾਸ ਦਾ ਸਰੀਰ ਹੈ ਨਾ, ਇਹਦੇ ਵਿੱਚ ਅਸੀਂ ਬੈਠੇ ਹੋਏ ਆ ਸਰੀਰ ਦੇ ਵਿੱਚ, ਔਰ ਅਸੀਂ ਇਹ ਮਸਲਾ ਆਖਿਆ ਹੈ, ਤੁਹਾਨੂੰ ਦੱਸਿਆ ਹੈ ਵੀ ਇਸ ਤਰ੍ਹਾਂ ਦਾ ਸਮਾਂ ਆ ਕੇ ਬੰਨਾ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ। ਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜੀ ਪੁਰੀ ਹੈ ਨਾ ਏਮਨਾਬਾਦ, ਇਸ ਪੁਰੀ ਦੇ ਵਿੱਚ ਮਾਸ ਹੀ ਮਾਸ ਖਿਲਰਿਆ ਦਿਖਾਈ ਦੇਵੇਗਾ, ਲੋਥਾਂ ਹੀ ਲੋਥਾਂ, ਲਾਸ਼ਾਂ ਹੀ ਲਾਸ਼ਾਂ ਪਈਆਂ ਹੋਣਗੀਆਂ। ਆਖ ਮਸੋਲਾ, ਇਸ ਤਰ੍ਹਾਂ ਦਾ ਮਸੋਲਾ ਜਿਹੜਾ ਮਸਲਾ ਬਚਨ ਹੈ ਉਹ ਉਸ ਵੇਲੇ ਹੋਵੇਗਾ ਜਦੋਂ ਉਹ ਮੁਗਲ ਬਾਦਸ਼ਾਹ ਇਹਨਾਂ ਤੇ ਆ ਕੇ ਚੜ੍ਹਾਈ ਕਰੇਗਾ ਔਰ ਉਸਨੇ ਆ ਕੇ ਐਸੀ ਸਜ਼ਾ ਦੇਣੀ ਹੈ। ਜਿਨ ਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਜਿਨ ਉਪਾਈ, ਜਿਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਪ੍ਰਮਾਤਮਾ ਨੇ, ਅਕਾਲ ਪੁਰਖ ਨੇ ਪੈਦਾ ਕੀਤੀ ਹੈ। ਰੰਗ ਰਵਾਈ ਉਸੇ ਪ੍ਰਮਾਤਮਾ ਨੇ ਐਸੇ ਰੰਗ ਵਿੱਚ ਮਿਲੀ ਹੈ। ਉਹਨੇ ਬਣਾਇਆ ਵੀ ਦੁਨੀਆ ਨੂੰ ਉਸੇ ਨੇ ਹੈ, ਏਮਨਾਬਾਦ ਵੀ ਉਸ ਦੇ ਹੁਕਮ ਦੇ ਵਿੱਚ ਵਸਿਆ ਹੈ। ਇਹ ਲੋਕ ਵੀ ਪ੍ਰਮਾਤਮਾ ਨੇ ਬਣਾਏ, ਪਰ ਇਹਨਾਂ ਲੋਕਾਂ ਨੇ ਸੰਤਾਂ ਦੀ ਅਵਗਿਆ ਕੀਤੀ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਇਹਨਾਂ ਲੋਕਾਂ ਨੂੰ ਐਸੀ ਸਜ਼ਾ ਵੀ ਉਸੇ ਖੁਦਾ ਨਹੀਂ ਦੇਣੀ। ਜਿਨ ਉਪਾਈ, ਜਿਨੇ ਪੈਦਾ ਕੀਤੀ ਹੈ, ਰੰਗ ਰਵਾਈ ਉਸੇ ਪ੍ਰਮਾਤਮਾ ਨੇ ਐਸੇ ਤਰ੍ਹਾਂ ਦੇ ਵਿੱਚ ਇਹਨਾਂ ਨੂੰ ਮਿਲਣਾ ਹੈ। ਜਿਵੇਂ ਆਪਾਂ ਕਹਿ ਦਈਏ ਵੀ ਮਿੱਟੀ ਵਿੱਚ ਮਿਲ ਦੇਣਾ ਹੈ, ਇਸ ਤਰ੍ਹਾਂ ਉਹ ਪ੍ਰਮਾਤਮਾ ਇਹਨਾਂ ਨੂੰ ਮਿਲੇਗਾ, ਐਸੀ ਇਹਨਾਂ ਨੂੰ ਸਜ਼ਾ ਮਿਲਣੀ ਹੈ। ਬੈਠਾ ਵੇਖੈ ਵਖ ਅਕੇਲਾ। ਉਹ ਪ੍ਰਮਾਤਮਾ ਵੱਖ ਹੋ ਕੇ ਸਭ ਕੁਝ ਵੇਖੇਗਾ ਆਪਣੀਆਂ ਅੱਖਾਂ ਦੇ ਨਾਲ। ਪਰਮਾਤਮਾ ਕਿਉਂਕਿ ਵੇਖਦਾ ਨਾ, ਜੇ ਮਾਰ ਪੈਂਦੀ ਤਾਂ ਵੀ ਵੇਖਦਾ, ਜੇ ਵਰ ਮਿਲਦਾ ਤੇ ਤਾਂ ਵੀ ਵੇਖਦਾ। ਉਹ ਪਰਮਾਤਮਾ ਇਹਨਾਂ ਲੋਕਾਂ ਦੀ ਮਿਲਦੀ ਹੋਈ ਸਜ਼ਾ ਪਾਸ ਹੋ ਕੇ ਪਰੇ ਹੋ ਕੇ ਵੇਖੇਗਾ ਵੀ ਇਹਨਾਂ ਨਾਲ ਕੀ ਬਣਦਾ ਹੈ। ਸੱਚਾ ਸੋ ਸਾਹਿਬ ਸੱਚ ਤਪਾਵਸ। ਮਹਾਰਾਜ ਕਹਿਣ ਲੱਗੇ ਉਹ ਸਾਹਿਬ ਮਾਲਕ ਭਾਈ ਸੱਚਾ ਹੈ, ਤੇ ਤਪਾਵਸ ਕਹੀਏ ਉਹਦਾ ਨਿਆਂ ਵੀ ਸੱਚਾ ਹੈ। ਪਰਮਾਤਮਾ ਦਾ ਨਿਆਂ ਵੀ ਸੱਚਾ ਹੈ, ਉਹ ਆਪ ਵੀ ਸੱਚਾ ਹੈ। ਪਹਿਲੇ ਸਮਿਆਂ ਵਿੱਚ ਗੁਰਮੁਖੋ ਜਦੋਂ ਬਾਦਸ਼ਾਹ ਫੈਸਲਾ ਕਰਿਆ ਕਰਦੇ ਨਾ, ਤੇ ਕਈ ਵਾਰੀ ਕੋਈ ਫੈਸਲਾ ਅੜ ਜਾਵੇ ਵੀ ਮੌਕੇ ਤੇ ਗਵਾਹ ਦੋਨਾਂ ਪਾਸਿਆਂ ਤੋਂ ਹੀ ਗਵਾਹੀ ਦੇ ਦੇਣ ਆ ਕੇ, ਔਰ ਫੈਸਲਾ ਨਾ ਹੋਵੇ ਵੀ ਇਹਨੂੰ ਸਜ਼ਾ ਦੇਣੀ ਹੈ ਕਿ ਮਾਫ ਕਰਨਾ ਹੈ। ਧਰਮੀ ਰਾਜੇ ਕੀ ਕਰਦੇ ਸਨ, ਫਿਰ ਤੇਲ ਦਾ ਕੜਾਹਾ ਗਰਮ ਕਰ ਲੈਂਦੇ ਤੇ ਦੋਨਾਂ ਵਿਅਕਤੀਆਂ ਨੂੰ ਜਿਨ੍ਹਾਂ ਦੀ ਸ਼ਿਕਾਇਤ ਹੋਈ ਹੁੰਦੀ ਦੋਨਾਂ ਨੂੰ ਬੁਲਾ ਲਿਆ ਜਾਂਦਾ ਅਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਭਾਈ ਇਸ ਤੇਲ ਦੇ ਕੜਾਹੇ ਵਿੱਚ ਹੱਥ ਪਾਓ, ਤੇ ਜਿਹੜਾ ਤੇ ਸੱਚਾ ਹੁੰਦਾ ਉਹ ਬਚ ਜਾਂਦਾ, ਜਿਹੜਾ ਝੂਠਾ ਹੁੰਦਾ ਉਹਦਾ ਹੱਥ ਸੜ ਜਾਂਦਾ, ਫਿਰ ਉਹਨੂੰ ਸਜ਼ਾ ਦਿੱਤੀ ਜਾਂਦੀ। ਇਸ ਤਰ੍ਹਾਂ ਜਦੋਂ ਬਾਦਸ਼ਾਹ ਸਜ਼ਾ ਦਿੰਦੇ ਸਨ, ਸਜ਼ਾ ਦੀ ਪਰਖ ਕਰਦੇ ਉਹਨੂੰ ਕਿਹਾ ਜਾਂਦਾ ਸੀ ਵੀ ਤਪਾਵਸ ਕੀਤਾ ਹੈ, ਸੱਚਾ ਨਿਆਂ ਕੀਤਾ ਹੈ, ਵੀ ਦੋਨਾਂ ਪਾਸਿਆਂ ਤੋਂ ਗਵਾਹ ਆ ਗਏ ਨੇ, ਗਵਾਹੀਆਂ ਦੋਨਾਂ ਪਾਸੇ ਹੀ ਹੋ ਗਈਆਂ, ਹੁਣ ਪਤਾ ਨਹੀਂ ਲੱਗਦਾ ਵੀ ਸੱਚਾ ਕੌਣ ਤੇ ਝੂਠਾ ਕੌਣ। ਤੇ ਬਾਦਸ਼ਾਹ ਧਰਮੀ ਸਨ, ਰਾਜੇ ਚੰਗੇ ਸਨ, ਚੰਗੇ ਕਿਰਦਾਰ ਵਾਲੇ, ਰੱਬ ਦਾ ਭੈ ਰੱਖਣ ਵਾਲੇ। ਉਹ ਫਿਰ ਰੱਬ ਦੇ ਅੱਗੇ ਜੋਦੜੀ ਕਰਦੇ ਵੀ ਪ੍ਰਮਾਤਮਾ ਇਹ ਫੈਸਲਾ ਅੜ ਗਿਆ ਔਰ ਮੇਰੇ ਕੋਲੋਂ ਮਾੜਾ ਨਿਆਂ ਨਾ ਕੋਈ ਹੋਵੇ, ਚੰਗਾ ਹੀ ਹੋਵੇ, ਮੈਂ ਬਦਦੁਆਵਾਂ ਨਾ ਕਿਸੇ ਦੀਆਂ ਲਵਾਂ।
ਤੇ ਫਿਰ ਇਹ ਤਰੀਕਾ ਵੀ ਇੱਕ ਕੜਾਹਾ ਗਰਮ ਕਰ ਲਓ ਤੇਲ ਦਾ, ਤੇ ਦੋਨਾਂ ਵਿਅਕਤੀਆਂ ਨੂੰ ਜਿਹੜੇ ਫਰਿਆਦ ਲੈ ਕੇ ਆਏ, ਹੁਣ ਦੋਨਾਂ ਵਿੱਚੋਂ ਇੱਕ ਦੇ ਝੂਠਾ ਤੇ ਇੱਕ ਸੱਚਾ ਹੋਵੇਗਾ, ਉਹਨਾਂ ਦੋਵਾਂ ਨੂੰ ਕਿਹਾ ਜਾਂਦਾ ਵੀ ਇਹਦੇ ਵਿੱਚ ਆਪਣਾ ਹੱਥ ਪਾਓ। ਜਿਹਦਾ ਸੜ ਜਾਂਦਾ ਉਹਨੂੰ ਝੂਠਾ ਸਾਬਤ ਕੀਤਾ ਜਾਂਦਾ ਵੀ ਇਹ ਬੰਦਾ ਝੂਠ ਬੋਲਿਆ, ਤੇ ਜਿਹਦਾ ਬਚ ਜਾਂਦਾ ਉਹਨੂੰ ਸੱਚਾ ਜਾਣ ਕੇ ਛੱਡ ਦਿੱਤਾ ਜਾਂਦਾ। ਉਹਨੂੰ ਕਿਹਾ ਜਾਂਦਾ ਤਪਾਵਸ ਕੀਤਾ ਵੀ ਨਿਆਂ ਕੀਤਾ। ਇਸ ਤਰੀਕੇ ਦੇ ਨਾਲ ਮਹਾਰਾਜ ਕਹਿਣ ਲੱਗੇ ਸੱਚਾ ਸੋ ਸਾਹਿਬ, ਉਹ ਪਰਮਾਤਮਾ ਸੱਚਾ ਹੈ, ਤੇ ਸੱਚ ਤਪਾਵਸ, ਉਹਦਾ ਤਪਾਵਸ ਨਿਆਂ ਵੀ ਸੱਚਾ ਹੈ। ਇਸ ਤਰ੍ਹਾਂ ਦੇ ਨਿਆਂ ਕਰਦਾ ਹੈ, ਉਹਦਾ ਨਿਆਂ ਕਦੇ ਝੂਠਾ ਨਹੀਂ ਹੁੰਦਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਸੱਚਾ ਸੋ ਸਾਹਿਬ ਸੱਚ ਤਪਾਵਸ। ਗੁਰਮੁਖੋ ਤਪਾਵਸ ਨਾਮ ਰਾਜ ਦਾ ਵੀ ਹੈ। ਉਸ ਪ੍ਰਮਾਤਮਾ ਦਾ ਰਾਜ ਭਾਈ ਸਦਾ ਵਾਸਤੇ ਸੱਚਾ ਹੈ। ਪ੍ਰਮਾਤਮਾ ਦੇ ਰਾਜ ਵਿੱਚ ਕੋਈ ਮਿਲਾਵਟ ਨਹੀਂ ਹੈ। ਉਹ ਪੂਰਾ ਨਿਆਂ ਕਰੇ ਕਰਤਾਰ ਹੈ। ਉਹਦਾ ਰਾਜ ਵੀ ਸੱਚਾ ਹੈ, ਉਹਦਾ ਹੁਕਮ ਵੀ ਸੱਚਾ ਹੈ। ਸੱਚੜਾ ਨਿਆਂ ਕਰੇ ਮਸੋਲਾ। ਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਸੱਚੇ ਨਿਆਂ ਹੀ ਕਰਦਾ ਹੈ। ਉਥੈ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ। ਆਪਾਂ ਵਚਨ ਪੜ੍ਹਦੇ ਆਂ ਅੰਮ੍ਰਿਤ ਬਾਣੀ ਦੇ ਵਿੱਚੋਂ, ਪਰਮਾਤਮਾ ਦੀ ਕਚਹਿਰੀ ਵਿੱਚ ਫਿਰ ਸੱਚ ਦੇ ਹੀ ਉੱਥੇ ਨਿਬੇੜੇ ਹੁੰਦੇ। ਉੱਥੇ ਸੱਚੇ ਹੀ ਸੱਚ ਨਿਬੜੈ, ਸੱਚਿਆਂ ਦਾ ਸੱਚ ਦਾ ਨਿਬੇੜਾ ਤੇ ਝੂਠਿਆਂ ਦੇ ਝੂਠ ਦੇ ਨਿਬੇੜੇ ਉਹਦੀ ਦਰਗਾਹ ਵਿੱਚ ਹੁੰਦੇ। ਮਹਾਰਾਜ ਕਹਿਣ ਲੱਗੇ ਸੱਚੜਾ ਨਿਆਓ, ਉਹ ਸੱਚਾ ਨਿਆਂ ਕਰਦਾ ਹੈ। ਕਰੇਗੋ ਮਸੂਲਾ, ਇਹ ਜਿਹੜਾ ਮਸੂਲਾ ਮਸਲਾ ਹੈ ਇਹ ਅਸੀਂ ਤੁਹਾਡੇ ਸਾਹਮਣੇ ਰੱਖਿਆ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਉਹ ਬਾਦਸ਼ਾਹ ਜਿਹੜਾ ਹੈ ਐਸੇ ਮਸਲੇ ਇਹਨਾਂ ਦੇ ਨਾਲ ਆ ਕੇ ਕਰੇਗਾ, ਐਸੀਆਂ ਸਜ਼ਾ ਇਹਨਾਂ ਨੂੰ ਦਿੰਦਾ ਹੈ। ਕਾਇਆ ਕੱਪੜ ਟੁਕ ਟੁਕ ਹੋਸੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਸਰੀਰ ਰੂਪੀ ਕੱਪੜਾ ਹੈ ਨਾ, ਇਹ ਟੁਕ ਟੁਕ ਤੋਂ ਭਾਵ ਕੇ ਟੋਟੇ ਟੋਟੇ ਹੋ ਜਾਏਗਾ। ਇਹ ਜਿਹੜੇ ਪਠਾਨ ਬੜੇ ਬੜੇ ਤਗੜੇ ਸ਼ਰੀਰਾਂ ਵਾਲੇ, ਬੜੇ ਬੜੇ ਬਲ ਵਾਲੇ ਔਰ ਜਿਹੜੇ ਸੋਹਣੇ ਸੁਨੱਖੇ ਨੇ, ਇਹਨਾਂ ਦੇ ਸਰੀਰ ਜਿਹੜੇ ਨੇ ਉਹ ਟੁਕ ਟੁਕ ਤੋਂ ਭਾਵ ਕੇ ਟੋਟੇ ਟੋਟੇ ਹੋ ਜਾਣਗੇ। ਐਸੀ ਇਹਨਾਂ ਦੀ ਹਾਲਤ ਹੋਣੀ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਘਰਾਂ ਘਰਾਂ ਦੇ ਵਿੱਚ ਉਹ ਖੂਨ ਦੇ ਨਾਲ ਲਿਬੜੀਆਂ ਹੋਈਆਂ ਲਾਸ਼ਾਂ, ਖੂਨ ਦੇ ਨਾਲ ਭਰੀਆਂ ਹੋਈਆਂ ਇਹਨਾਂ ਦੇ ਘਰ ਵਿੱਚ ਪਈਆਂ ਹੋਈਆਂ ਵੇਖੀਆਂ ਜਾਣਗੀਆਂ। ਐਸੀ ਇਹਨਾਂ ਦੀ ਹਾਲਤ ਹੋਣੀ ਹੈ। ਹਿੰਦੁਸਤਾਨ ਸਮਾਲ ਸੀ ਬੋਲਾ। ਹਿੰਦੁਸਤਾਨ ਫਿਰ ਸਾਡੇ ਬਚਨ ਯਾਦ ਕਰੇਗਾ। ਜਦੋਂ ਐਸੀ ਮਾਰ ਪਈ ਨਾ ਆ ਕੇ ਇਹਨਾਂ ਤੇ ਫਿਰ ਇਹ ਲੋਕ ਜਾਣਨਗੇ ਵੀ ਕੋਈ ਪੀਰ ਆਇਆ ਸੀ, ਕੋਈ ਸੰਤ ਆਇਆ ਸੀ, ਤੇ ਅਸੀਂ ਸੰਤ ਦੀ ਕੀਤੀ ਹੈ ਅਵਗਿਆ। ਉਹਦੀ ਅਵਗਿਆ ਕਰਕੇ ਸਾਨੂੰ ਇਹ ਫਲ ਮਿਲਿਆ ਹੈ। ਉਸ ਵੇਲੇ ਇਹ ਲੋਕ ਸਾਡੇ ਬੋਲਾਂ ਨੂੰ ਚੇਤੇ ਕਰਨਗੇ ਵੀ ਜੇ ਅਸੀਂ ਸੇਵਾ ਕਰ ਲੈਂਦੇ ਔਰ ਸਾਡੀ ਐਸੀ ਹਾਲਤ ਨਾ ਹੁੰਦੀ। ਪਰ ਮਹਾਰਾਜ ਕਹਿਣ ਲੱਗੇ ਹੁਣ ਤੇ ਸਮਾਂ ਲੰਘ ਗਿਆ, ਹੁਣ ਤੇ ਸਾਡੇ ਬਚਨ ਹੀ ਇਹ ਲੋਕ ਯਾਦ ਕਰਨਗੇ ਵੀ ਅਸੀਂ ਸਾਧੂਆਂ ਦੀ ਨਰਾਦਰੀ ਕਰਕੇ ਧੱਕੇ ਲਾਏ ਔਰ ਉਹਨਾਂ ਨੂੰ ਸਜ਼ਾਵਾਂ ਮਿਲੀਆਂ। ਹਿੰਦੁਸਤਾਨ ਦੇ ਇਹ ਵਾਸੀ, ਇਹ ਲੋਕ ਆਉਣ ਵਾਲੇ ਸਮੇਂ 'ਚ ਸਾਡੇ ਬਚਨ ਯਾਦ ਕਰਨਗੇ। ਗੁਰਮੁਖੋ ਜਿਵੇਂ ਮਹਾਰਾਜ ਨੇ ਆਖਿਆ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ। ਬਾਬਰ ਚੜ ਕੇ ਆਇਆ ਕਾਬਲ ਤੋਂ ਵੱਡੀ ਫੌਜ ਲੈ ਕੇ। ਏਮਨਾਬਾਦ ਦੇ ਵਿੱਚ ਬੜਾ ਭਾਰੀ ਜੰਗ ਹੋਇਆ। ਜੰਗ ਕਰਕੇ ਪਠਾਨ ਮਾਰ ਦਿੱਤੇ ਗਏ ਤੇ ਕਈਆਂ ਨੂੰ ਕੈਦ ਕਰ ਲਿਆ। ਇਹਨਾਂ ਦੇ ਕੁਝ ਬੱਚੇ ਕਤਲ ਕੀਤੇ ਤੇ ਕੁਝ ਕੈਦ ਕਰ ਲਏ। ਜਨਾਨੀਆਂ ਔਰਤਾਂ ਜਿਹੜੀਆਂ ਸਨ ਉਹਨਾਂ ਦੇ ਗਹਿਣੇ ਤੇ ਕੀਮਤੀ ਸਮਾਨ ਲੁੱਟਿਆ ਗਿਆ। ਕਈਆਂ ਦੀਆਂ ਇੱਜ਼ਤਾਂ ਬੇਪਤ ਕੀਤੀਆਂ, ਕਈਆਂ ਨੂੰ ਚੁੱਕ ਕੇ ਜੇਲ੍ਹ ਵਿੱਚ ਸੱਟਿਆ। ਬਾਦਸ਼ਾਹ ਦਾ ਹੁਕਮ ਹੋਇਆ ਬਾਬਰ ਦਾ ਵੀ ਕੋਈ ਵੀ ਇਸ ਇਲਾਕੇ ਦਾ ਬੰਦਾ ਬਚਣਾ ਨਹੀਂ ਚਾਹੀਦਾ, ਸਾਰਿਆਂ ਨੂੰ ਜੇਲ੍ਹ ਵਿੱਚ ਪਾ ਦਿਓ। ਜਦੋਂ ਬਾਦਸ਼ਾਹ ਦੇ ਸਿਪਾਹੀ ਸਾਰਿਆਂ ਨੂੰ ਜੇਲ੍ਹ ਵਿੱਚ ਪਾ ਰਹੇ, ਗੁਰੂ ਨਾਨਕ ਦੇ ਮਹਾਰਾਜ ਬੈਠੇ ਹੋਏ ਉੱਚੇ ਥੜੇ ਦੇ ਉੱਪਰ ਦਿਖਾਈ ਦਿੱਤੀ ਸਿਪਾਹੀਆਂ ਨੂੰ। ਫੌਜ ਆ ਗਈ ਮਹਾਰਾਜ ਦੇ ਕੋਲ, ਸਾਧੂਆਂ ਦੇ ਸਮੇਤ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਵੀ ਜੇਲ੍ਹ ਵਿੱਚ ਪਾਇਆ ਤੇ ਮਹਾਰਾਜ ਸਾਹਿਬ ਜੀ ਜੇਲ੍ਹ ਵਿੱਚ ਬੈਠੇ। ਉਸ ਵੇਲੇ ਬਾਬਰ ਬਾਦਸ਼ਾਹ ਦਾ ਹੁਕਮ ਆਇਆ ਵੀ ਚੱਕੀਆਂ ਲੈ ਕੇ ਆਟਾ ਪੀਸ ਕੇ ਮੇਰੀ ਫੌਜ ਦਾ ਭੋਜਨ ਤਿਆਰ ਹੋਣਾ, ਇਹਨਾਂ ਨੂੰ ਚੱਕੀਆਂ ਦੇ ਦਿਓ ਆਟਾ ਪੀਣ ਵਾਸਤੇ। ਚੱਕੀਆਂ ਦਿੱਤੀਆਂ ਗਈਆਂ। ਗੁਰੂ ਨਾਨਕ ਦੇ ਪਾਤਸ਼ਾਹ ਨੂੰ ਜਿਹੜੀ ਚੱਕੀ ਮਿਲੀ ਹੈ ਆਪਣੇ ਆਪ ਚੱਲਦੀ ਪਈ ਹੈ। ਜਦੋਂ ਸਿਪਾਹੀਆਂ ਨੇ ਵੇਖਿਆ ਵੀ ਚੱਕੀ ਆਪੇ ਚੱਲਦੀ ਹੈ ਤੇ ਕਰਾਮਾਤੀ ਕੋਈ ਫਕੀਰ ਹੈ, ਭੱਜ ਕੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਵੀ ਇੱਕ ਫਕੀਰ ਦੀ ਚੱਕੀ ਆਪੇ ਚੱਲਦੀ ਪਈ ਹੈ। ਉਸ ਵੇਲੇ ਬਾਬਰ ਬਾਦਸ਼ਾਹ ਫਿਰ ਦੌੜ ਕੇ ਭੰਗ ਦਾ ਪਿਆਲਾ ਲੈ ਕੇ ਮਹਾਰਾਜ ਦੇ ਕੋਲ ਪਹੁੰਚਿਆ, ਕਿਉਂਕਿ ਹਿੰਦੁਸਤਾਨ ਦੇ ਜਿਹੜੇ ਸੰਤ ਸਨ ਭੰਗ ਨੂੰ ਬੜਾ ਉਸ ਵੇਲੇ ਪਿਆਰ ਕਰਦੇ ਔਰ ਬਾਦਸ਼ਾਹ ਦੀ ਇਹ ਵਿਚਾਰ ਸੀ ਵੀ ਮੈਂ ਇਹ ਚੀਜ਼ ਦੇਵਾਂਗਾ ਤੇ ਇਹ ਹਿੰਦੁਸਤਾਨ ਦਾ ਪੀਰ ਖੁਸ਼ ਹੋ ਜਾਵੇਗਾ।
ਦੂਜਾ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਵੀ ਇਹ ਜਿਹੜੀ ਭੰਗ ਹੈ ਇਹ ਆਪਣੇ ਦੇਸ਼ ਤੋਂ ਖੁਰਾਸਾਨ ਤੋਂ ਲੈ ਕੇ ਆਇਆ, ਉਥੋਂ ਦੀ ਇਹ ਕੀਮਤੀ ਬੂਟੀ ਸੀ। ਤੇ ਜਿਵੇਂ ਆਪਾਂ ਕਹਿ ਲਈਏ ਵੀ ਆਪਾਂ ਆਪਣੇ ਇਲਾਕੇ ਵਿੱਚੋਂ ਕੋਈ ਕੀਮਤੀ ਚੀਜ਼ ਕਿਸੇ ਵਾਸਤੇ ਲੈ ਕੇ ਜਾਈਏ, ਅਗਲਾ ਖੁਸ਼ ਹੁੰਦਾ ਵੀ ਇਹ ਬੜੀ ਸੋਹਣੀ ਲੈ ਕੇ ਆਇਆ। ਉਹ ਤਾਂ ਭੰਗ ਲੈ ਕੇ ਮਹਾਰਾਜ ਦੇ ਕੋਲ ਆਇਆ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਮੇਰੇ ਤੋਂ ਗਲਤੀ ਹੋਈ, ਮੇਰੇ ਸਿਪਾਹੀਆਂ ਤੋਂ ਆਪ ਜੀ ਮਾਫ ਕਰ ਦਿਓ ਤੇ ਮੈਨੂੰ ਇਹ ਰਾਜ ਭਾਗ ਦਾ ਵਰ ਦਿਓ ਵੀ ਹਿੰਦੁਸਤਾਨ ਦੇ ਉੱਪਰ ਮੇਰਾ ਔਰ ਮੇਰੀ ਕੁਲ ਦਾ ਰਾਜ ਰਵੇ। ਇਹ ਉਸਨੇ ਉਸ ਵੇਲੇ ਵਰ ਮੰਗਿਆ। ਮਹਾਰਾਜ ਕਹਿਣ ਲੱਗੇ ਵੀ ਜਿੰਨੇ ਕੈਦ ਕੀਤੇ ਨੇ ਬੱਚੇ, ਬੁੱਢੇ, ਬਜ਼ੁਰਗ ਔਰ ਔਰਤਾਂ, ਇਹਨਾਂ ਸਾਰਿਆਂ ਨੂੰ ਹੁਣੇ ਰਿਹਾ ਕੀਤਾ ਜਾਵੇ। ਬਾਦਸ਼ਾਹ ਨੇ ਹੁਕਮ ਮੰਨਿਆ, ਜਿੰਨੇ ਕੈਦੀ ਕੈਦ ਵਿੱਚ ਬਿਠਾਏ ਸਾਰੇ ਛੱਡੇ। ਉਸੇ ਵੇਲੇ ਸਤਿਗੁਰਾਂ ਤੋਂ ਮਾਫੀ ਮੰਗੀ, ਮਹਾਰਾਜ ਰਾਜ ਭਾਗ ਦਾ ਆਪ ਜੀ ਬਖਸ਼ਿਸ਼ ਵਾਲਾ ਬਚਨ ਕਰ ਦਿਓ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਰਾਜ ਭਾਗ ਤੇਰੀ ਕੁਲ ਵਿੱਚ ਰਵੇਗਾ, ਪਰ ਇਹ ਰਾਜ ਭਾਗ ਉਹਨਾਂ ਚਿਰ ਰਵੇਗਾ ਜਿੰਨਾ ਚਿਰ ਤੁਸੀਂ ਧਰਮ ਦਾ ਨਿਆਂ ਕਰੋਗੇ, ਜਿੰਨਾ ਚਿਰ ਧਰਮ ਦੀ ਗੱਲ ਕਰੋਗੇ, ਲੋਕਾਂ ਨੂੰ ਦੁੱਖ ਨਹੀਂ ਦੇਵੋਗੇ, ਉਹਨਾਂ ਚਿਰ ਤੁਹਾਡੇ ਕੋਲੇ ਰਾਜ ਭਾਗ ਪੁਸ਼ਤਾਂ ਵਿੱਚ, ਕੁੱਲਾਂ ਵਿੱਚ ਰਵੇਗਾ, ਪੀੜ੍ਹੀਆਂ ਵਿੱਚ ਰਵੇਗਾ। ਪਰ ਜਦੋਂ ਤੁਸੀਂ ਨਿਆਂ ਕਰਨਾ ਸ਼ੁਰੂ ਕਰ ਦਿੱਤਾ, ਪਾਪ ਕਰਨਾ ਸ਼ੁਰੂ ਕਰ ਦਿੱਤਾ, ਤੇ ਫਿਰ ਸਾਧੂ ਸੰਤਾਂ ਨੂੰ ਕਤਲ ਕਰੋਗੇ, ਫਿਰ ਅਸੀਂ ਇਹ ਆਪਣਾ ਰਾਜ ਭਾਗ ਵਾਪਸ ਲੈ ਲਵਾਂਗੇ, ਆਪਣੇ ਬਚਨ। ਤੇ ਗੁਰਮੁਖੋ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਬਾਦਸ਼ਾਹ ਜਹਾਂਗੀਰ ਤੱਕ, ਅਕਬਰ ਹੋਇਆ, ਪਹਿਲਾਂ ਬਾਬਰ ਹੋਇਆ, ਬਾਬਰ ਤੋਂ ਬਾਅਦ ਵਿੱਚ ਹਿਮਾਯੂ, ਅਕਬਰ ਤੇ ਜਹਾਂਗੀਰ ਹੋਇਆ, ਇੱਥੋਂ ਤੱਕ ਇਹਨਾਂ ਦੇ ਕਿਲਿਆਂ ਦੇ ਬਾਰ-ਬਾਰ ਵੱਡੇ ਵੱਡੇ ਟੱਲ ਲਮਕਾਏ ਜਾਂਦੇ। ਜਿਵੇਂ ਮੰਨ ਲਓ ਦਿੱਲੀ ਦਾ ਕਿਲਾ ਜਾਂ ਆਗਰੇ ਦਾ ਕਿਲਾ ਨਾ, ਉਹਦੇ ਬਾਰ-ਬਾਰ ਇੱਕ ਵੱਡਾ ਟੱਲ ਥੱਲੇ ਲਮਕਾਇਆ ਜਾਂਦਾ। ਤੇ ਬਾਦਸ਼ਾਹ ਨੇ ਹੁਕਾ ਫੇਰ ਦਿੱਤਾ ਵੀ ਜੇ ਕਿਸੇ ਦਾ ਕੋਈ ਮਸਲਾ ਹੱਲ ਨਾ ਹੋਵੇ, ਮੰਨ ਲਓ ਕਿ ਮੇਰਾ ਵਜ਼ੀਰ ਕੋਈ ਕਿਸੇ ਕੰਮ ਵਿੱਚ ਅੜਚਣ ਪਾਉਂਦਾ ਜਾਂ ਕੋਈ ਸਿਪਾਹੀ ਕਿਸੇ ਨੂੰ ਦੁੱਖ ਦਿੰਦਾ ਤੇ ਕਿਸੇ ਦੀ ਕਿਤੇ ਫਰਿਆਦ ਨਹੀਂ ਸੁਣੀ ਜਾਂਦੀ, ਤੁਸੀਂ ਰਾਤ ਨੂੰ ਆ ਕੇ ਆ ਘੜਿਆਲ ਵਜਾ ਦੇਣਾ, ਜਿਹੜਾ ਵੱਡਾ ਸਾਰਾ ਘੰਟਾ ਟੱਲ ਲਟਕਾਇਆ ਹੋਇਆ, ਤੁਸੀਂ ਇਹ ਵਜਾ ਦੇਣਾ ਰਾਤ ਨੂੰ ਆ ਕੇ ਚੁੱਪ ਕਰਕੇ। ਤੇ ਜਦੋਂ ਕਿਸੇ ਨੂੰ ਦੁੱਖ ਮਿਲਣਾ, ਉਹਦੀ ਫਰਿਆਦ ਨਾ ਸੁਣੀ ਜਾਣੀ, ਤੇ ਉਹਨੇ ਰਾਤ ਨੂੰ ਆ ਕੇ ਉਹ ਟੱਲ ਵਜਾਉਣਾ। ਤੇ ਬਾਦਸ਼ਾਹ ਨੇ ਫਿਰ ਸਵੇਰੇ ਹੁਕਮ ਕਰਨਾ ਵੀ ਜਿਹਨੇ ਟੱਲ ਵਜਾਇਆ ਉਹਨੂੰ ਲੈ ਕੇ ਆਓ ਮੇਰੇ ਕੋਲ। ਫਿਰ ਬਾਦਸ਼ਾਹ ਨੂੰ ਪੁੱਛਦਾ ਵੀ ਹਾਂ ਭਾਈ ਕੀ ਦੁੱਖ ਤਕਲੀਫ ਹੈ, ਤੇ ਫਿਰ ਉਹਦਾ ਨਿਆਂ ਕੀਤਾ ਜਾਂਦਾ। ਇਸ ਤਰ੍ਹਾਂ ਜਹਾਂਗੀਰ ਤੱਕ ਇਸ ਤਰ੍ਹਾਂ ਇਹ ਨਿਆਂ ਕਰਦੇ ਰਹੇ ਔਰ ਲੋਕਾਂ ਦਾ ਭਲਾ ਵੀ ਕਰਦੇ ਰਹੇ। ਪਰ ਜਹਾਂਗੀਰ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ ਔਰ ਸ਼ਾਹਜਹਾਨ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਜੰਗ ਕੀਤੇ। ਤੇ ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ ਤਖਤ ਤੇ ਬੈਠਾ, ਉਹਨੇ ਤੇ ਫਿਰ ਆਤੀ ਕਰ ਦਿੱਤੀ ਨਾ ਵੀ ਸਾਧੂ ਕੋਈ ਵੀ ਨਹੀਂ ਛੱਡਿਆ, ਕੱਲਾ ਹਿੰਦੂ ਸਾਧੂ ਨਹੀਂ, ਉਹਨੇ ਤੇ ਮੁਸਲਮਾਨ ਪੀਰ ਵੀ ਕਤਲ ਕਰ ਦਿੱਤੇ, ਹਿੰਦੂ ਸਾਧੂ ਵੀ ਕਤਲ ਕੀਤੇ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕਰਵਾਇਆ। ਜਿਹੜੇ ਬਚਨ ਸਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਵੀ ਧਰਮ ਦਾ ਰਾਜ ਰਵੇਗਾ ਤੇ ਤੇਰੀਆਂ ਕੁੱਲਾਂ ਰਾਜ ਕਰਨਗੀਆਂ, ਨਹੀਂ ਤੇ ਅਸੀਂ ਆਪਣਾ ਰਾਜ ਵਾਪਸ ਲਵਾਂਗੇ, ਉਹ ਫਿਰ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਬਚਨ ਵਾਪਸ ਹੋਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਚਨ ਵੀ ਲਿਖਿਆ, ਆਪਾਂ ਪੜ੍ਹਦੇ ਆ ਨਾ, ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਨੀ ਅਮਲ ਕੀਆ। ਇਸੇ ਬਚਨ ਨੂੰ ਫਿਰ 10ਵੇਂ ਪਾਤਸ਼ਾਹ ਨੇ ਵੀ ਲਿਖਿਆ। ਮਹਾਰਾਜ ਕਹਿਣ ਲੱਗੇ ਨੀਲ ਬਸਤਰਲੇ ਕੱਪੜੇ ਫਾਰੇ ਤੇ ਤੁਰਕ ਪਠਾਨੀ ਅਮਲ ਗਿਆ। ਜਦੋਂ ਮਹਾਰਾਜ ਉੱਚਦੇ ਪੀਰ ਬਣੇ ਸਨ, ਨੀਲੇ ਬਸਤਰ ਮਹਾਰਾਜ ਨੇ ਪਾਏ ਸਨ। ਉਹ ਜਦੋਂ ਮਹਾਰਾਜ ਨੇ ਉਹ ਬਾਣਾ ਉਤਾਰਿਆ ਸੀ ਤੇ ਉਹਦੀਆਂ ਟਾਕੀਆਂ ਪਾੜ ਪਾੜ ਕੇ ਮਹਾਰਾਜ ਨੇ ਅੱਗ ਵਿੱਚ ਸੁੱਟ ਦਿੱਤੀਆਂ। ਤੇ ਨਾਲ ਹੀ ਇਹ ਬਚਨ ਕੀਤਾ ਜਿਹੜਾ ਆਪਾਂ ਹੁਣੇ ਸਰਵਣ ਕੀਤਾ ਵੀ ਨੀਲ ਬਸਤਰਲੇ ਕੱਪੜੇ ਫਾਰੇ, ਇਹ ਕੱਪੜੇ ਪਾੜ ਦਿੱਤੇ ਨੀਲੇ, ਹੁਣ ਮੁਗਲਾਂ ਦਾ ਰਾਜ ਜਾਂਦਾ ਰਿਹਾ, ਹੁਣ ਰਾਜ ਰਵੇਗਾ, ਐਸਾ ਬਚਨ ਕਰਕੇ। ਔਰ ਇਸੇ ਤਰ੍ਹਾਂ ਜਦੋਂ ਨੂਰੇ ਮਾਹੀ ਨੇ ਆ ਕੇ ਸਾਹਿਬਜ਼ਾਦਿਆਂ ਦਾ ਹਾਲ ਸੁਣਾਇਆ ਤੇ ਉਸ ਵੇਲੇ ਕਾਈ ਦਾ ਬੂਟਾ ਪੱਟ ਕੇ ਤੀਰ ਦੇ ਨਾਲ ਆਖਿਆ, ਕਹਿਣ ਲੱਗੇ ਨੂਰਿਆ ਹਿੰਦੁਸਤਾਨ ਤੋਂ ਇਹਨਾਂ ਲੋਕਾਂ ਦੀਆਂ ਜੜ੍ਹਾਂ ਪੱਟੀਆਂ ਗਈਆਂ, ਰਾਜ ਰਵੇਗਾ। ਉਹ ਫਿਰ ਬਚਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ 10ਵੇਂ ਪਾਤਸ਼ਾਹ ਨੇ ਇਸ ਤਰ੍ਹਾਂ ਜਿਹੜੇ ਪੂਰੇ ਕਰਕੇ ਤੇ ਇਹਨਾਂ ਦਾ ਰਾਜ ਭਾਗ ਗਿਆ। ਇਸ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਦੇ ਹਨ। ਆਮਰ 78 ਜਾਨ 97 ਹੋਰ ਵੀ ਉੱਠਸੀ ਮਰਦ ਕਾ ਚੇਲਾ। ਉਹ ਬਚਨ ਆ ਗਿਆ ਹੈ, ਕਹਿਣ ਲੱਗੇ ਆਵਨ 78। ਮਹਾਰਾਜ ਕਹਿਣ ਲੱਗੇ ਵੀ ਇਹ ਜਿਹੜੇ ਮੁਗਲ ਨੇ ਨਾ, ਇਹ ਹਿੰਦੁਸਤਾਨ ਦੇ ਉੱਪਰ ਰਾਜ ਕਰਨ ਵਾਸਤੇ 1578 ਦੇ ਵਿੱਚ ਆਏ। ਵਿਦਵਾਨਾਂ ਦਾ ਇਹ ਕਥਨ ਹੈ ਵੀ 1578 ਦੇ ਵਿੱਚ ਆਏ ਔਰ 1578 ਤੋਂ ਲੈ ਕੇ ਇਹਨਾਂ ਨੇ ਰਾਜ ਭਾਗ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨਾਂ ਦੇ ਨਾਲ ਕੀਤਾ। ਔਰ ਜਾਨ 97
ਇਹਨਾਂ ਦਾ ਰਾਜ ਭਾਗ 1797 ਦੇ ਵਿੱਚ ਜਾਂਦਾ ਰਿਹਾ। ਲਗਭਗ 219 ਸਾਲ ਦਾ ਜਿਹੜਾ ਰਾਜ ਹੈ ਨਾ, 219 ਸਾਲ ਇਹ ਬਾਬਰ ਦੀ ਕੁੱਲ ਨੇ, ਉਹਦਾ ਬਾਬਰ, ਹਿਮਾਯੂ, ਅਕਬਰ, ਇਹਨਾਂ ਸਾਰਿਆਂ ਦਾ ਸਮਾਂ ਇਕੱਠਾ ਕਰ ਲਈਏ ਤੇ ਤਕਰੀਬਨ ਇੰਨਾ ਸਮਾਂ ਬਣਦਾ ਵੀ 219 ਸਾਲ ਇਹਨਾਂ ਨੇ ਹਿੰਦੁਸਤਾਨ ਦੇ ਉੱਪਰ ਰਾਜ ਕੀਤਾ। ਗੁਰੂ ਨਾਨਕ ਦੇਵ ਪਾਤਸ਼ਾਹ ਉਹ ਬਚਨ ਲਿਖਦੇ, ਕਹਿਣ ਲੱਗੇ ਆਵਨ 78 ਹੈ। ਇਹ 1578 ਵਿੱਚ ਇਹ ਤੀਜਾ ਹੱਲਾ ਸੀ। 5 ਹੱਲੇ ਦੇ ਵਿੱਚੋਂ ਇਹ ਤੀਜਾ ਹੱਲਾ ਸੀ ਬਾਬਰ ਬਾਦਸ਼ਾਹ ਦਾ ਹਿੰਦੁਸਤਾਨ ਦੇ ਉੱਪਰ। ਸੋ ਕਹਿਣ ਲੱਗੇ ਵੀ ਇਸ ਸਮੇਂ ਦੇ ਵਿੱਚ ਹਿੰਦੁਸਤਾਨ ਤੇ ਆਉਣਗੇ ਔਰ ਇਸੇ ਤਰ੍ਹਾਂ 1797 ਦੇ ਵਿੱਚ ਹਿੰਦੁਸਤਾਨ ਦੇ ਵਿੱਚੋਂ ਇਹ ਚਲੇ ਜਾਣਗੇ, ਇਹਨਾਂ ਦਾ ਰਾਜ ਭਾਗ ਖਤਮ ਹੋ ਜਾਵੇਗਾ, ਐਸੀ ਇਹਨਾਂ ਦੀ ਹਾਲਤ ਹੋਣੀ ਹੈ। ਸੋ ਇਹ ਬਚਨ ਜਿਹੜੇ ਨੇ ਗੁਰਮੁਖੋ ਕਈ ਇਤਿਹਾਸਕਾਰਾਂ ਨੇ ਵੱਖ-ਵੱਖ ਆਪਣੀ ਆਪਣੀ ਰਾਏ ਲਿਖੀ ਹੈ। ਜਿਵੇਂ ਭਾਈ ਵੀਰ ਸਿੰਘ ਨੇ, ਭਾਈ ਕਾਹਨ ਸਿੰਘ ਨੇ, ਇਸੇ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਔਰ ਜਿਹੜਾ ਫਰੀਦਕੋਟ ਵਾਲਾ ਟੀਕਾ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ, ਸਭ ਤੋਂ ਪਹਿਲਾ ਅਰਥਾਂ ਦਾ ਟੀਕਾ ਜਿਹੜਾ ਉਹ ਫਰੀਦਕੋਟ ਵਾਲਾ ਟੀਕਾ ਹੈ। ਉਹਦੇ ਵਿੱਚ ਥੋੜੀ ਹਿੰਦੀ ਲਿਖੀ ਹੋਈ ਹੈ, ਹਿੰਦੀ ਦੇ ਵਿੱਚ ਅੱਖਰ ਪੰਜਾਬੀ ਦੇ ਨੇ ਔਰ ਬੋਲ ਹਿੰਦੀ ਦੇ ਉਹਦੇ ਵਿੱਚ ਲਿਖੇ ਹੋਏ। ਉਹਨਾਂ ਨੇ ਵੀ ਇਸ ਗੱਲ ਦੇ ਅਰਥ ਇਸੇ ਤਰ੍ਹਾਂ ਹੀ ਕੀਤੇ। ਕਹਿਣ ਲੱਗੇ ਵੀ ਇਹ ਜਿਹੜੇ ਮੁਗਲ ਨੇ ਭਾਈ, ਇਹ 1578 ਸੰਮਤ ਵਿੱਚ ਦਿੱਲੀ ਵਿੱਚ ਆਉਣਗੇ ਅਤੇ ਫਿਰ ਇੱਥੋਂ 97 ਤੋਂ ਦਿੱਲੀ ਤੋਂ ਚਲੇ ਜਾਣਗੇ। ਐਸੇ ਬਚਨ ਉਹਨਾਂ ਨੇ ਕਥਨ ਕੀਤੇ ਹਨ। ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਅੱਗੇ ਬਚਨ ਇਹ ਲਿਖਿਆ ਹੈ, ਮਰਦ ਹੋਰ ਵੀ ਉੱਠ ਸੀ ਮਰਦ ਉੱਠੇਗਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੱਲ ਇਸ਼ਾਰਾ ਹੈ ਵੀ ਜਦੋਂ ਇਹਨਾਂ ਦਾ ਰਾਜ ਭਾਗ ਦਾ ਖਾਤਮਾ ਹੋਣਾ ਹੈ, ਉਦੋਂ ਮਰਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉੱਠਣਗੇ। ਔਰ ਠੀਕਰ ਫੋਰ ਦਲੀਸ ਸਿਰ ਪ੍ਰਾਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉੱਠਣਗੇ, ਆਪਣੀ ਸ਼ਹੀਦੀ ਦੇਣਗੇ। ਔਰ ਮਰਦ ਕਾ ਚੇਲਾ, ਐਸੇ ਗੁਰੂ ਦਾ ਚੇਲਾ ਕਹੀਏ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਫਿਰ ਉੱਠਣਗੇ ਔਰ ਉੱਠ ਕੇ ਇਹਨਾਂ ਮੁਗਲਾਂ ਦੇ ਨਾਲ ਫਿਰ ਵੱਡਾ ਭਾਰੀ ਜੰਗ ਰਚਾਉਣਗੇ। ਇਹ ਮਹਾਰਾਜ ਜੀਆਂ ਦੇ ਉਸ ਵੇਲੇ ਦੇ ਬਚਨ ਜਿਹੜੇ ਨੇ ਉਹ ਵਿਦਵਾਨਾਂ ਨੇ ਇਸ ਤਰੀਕੇ ਨਾਲ ਕਥਨ ਕੀਤੇ ਹਨ। ਫਿਰ ਬਖਸ਼ਿਸ਼ ਕਰਦੇ ਹਨ। ਆਮਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਔਰ ਇਸੇ ਤਰ੍ਹਾਂ ਮਰਦ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਔਰ ਚੇਲਾ ਉਹਨਾਂ ਦਾ ਖਾਲਸਾ ਪੰਥ। ਮਹਾਰਾਜ ਕਹਿਣ ਲੱਗੇ ਅਸੀਂ 10ਵਾਂ ਰੂਪ ਲਵਾਂਗੇ, 10ਵੇਂ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਬਣ ਕੇ ਪ੍ਰਗਟ ਹੋਵਾਂਗੇ ਅਤੇ ਫਿਰ ਖਾਲਸਾ ਪੰਥ ਸਾਜਾਂਗੇ। ਔਰ ਸਾਡਾ ਖਾਲਸਾ ਪੰਥ ਫਿਰ ਇਹਨਾਂ ਦੇ ਨਾਲ ਜੰਗ ਕਰਿਆ ਕਰੇਗਾ ਔਰ ਇਹਨਾਂ ਦੇ ਕੋਲੋਂ ਰਾਜ ਭਾਗ ਖੋਹ ਲਵੇਗਾ। ਗੁਰਮੁਖੋ ਉਹ ਵੀ ਬਚਨ ਮਹਾਰਾਜ ਦੇ ਪੂਰੇ ਹੋਏ। ਸੋ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਾਗ ਕਾਇਮ ਕੀਤਾ। ਜਮਨਾ ਤੋਂ ਲੈ ਕੇ, ਜਿਹੜੀ ਦਿੱਲੀ ਵਿੱਚ ਬਹਿੰਦੀ ਹੈ, ਜਮਨਾ ਤੋਂ ਲੈ ਕੇ ਅਟਕ ਤੱਕ, ਜਿਹੜਾ ਅੱਜ ਪਾਕਿਸਤਾਨ ਤੋਂ ਵੀ ਅੱਗੇ ਚਲਾ ਗਿਆ ਹੈ, ਇੱਥੋਂ ਤੱਕ ਫਿਰ ਖਾਲਸੇ ਨੇ ਰਾਜ ਕੀਤਾ। ਮੁਗਲਾਂ ਤੇ ਪਠਾਨਾਂ ਦੇ ਰਾਜ ਨੂੰ ਖਤਮ ਕੀਤਾ ਗੁਰੂ ਕੇ ਖਾਲਸੇ ਨੇ। ਉਹ ਬਚਨ ਮਹਾਰਾਜ ਦੇ ਫਿਰ ਇਸ ਤਰ੍ਹਾਂ ਪੂਰੇ ਹੋਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਰਦ ਨੇ, ਉਹਨਾਂ ਦਾ ਚੇਲਾ ਕਹੀਏ ਖਾਲਸਾ ਪੰਥ। ਸੋ ਖਾਲਸੇ ਪੰਥ ਨੇ ਇਹ ਸਾਰਾ ਕੁਝ ਕੀਤਾ ਹੈ। ਵਿਦਵਾਨਾਂ ਦਾ ਇਹ ਵੀ ਕਥਨ ਹੈ ਕਿ 1797 ਦੇ ਵਿੱਚ ਸਰਦਾਰ ਜਿਹੜੇ ਬਘੇਲ ਸਿੰਘ ਹੋਏ ਨੇ, ਉਹਨਾਂ ਨੇ ਦਿੱਲੀ ਫਤਿਹ ਕੀਤੀ। ਦਿੱਲੀ ਫਤਿਹ ਕਰਕੇ ਤੇ ਫਿਰ ਉਹਨਾਂ ਨੇ ਗੁਰੂ ਘਰ ਬਣਾਏ, ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਬਣਿਆ ਹੋਇਆ। ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦਾ ਅੰਤਮ ਸੰਸਕਾਰ ਹੋਇਆ ਸੀ। ਔਰ ਇਹ ਵਣਜਾਰਿਆਂ ਦੇ ਘਰ ਸਨ। ਜਿਵੇਂ ਆਪਾਂ ਲੱਖੀ ਸ਼ਾਹ ਵਣਜਾਰਾ, ਇਹ ਵਣਜਾਰਿਆਂ ਦੇ ਘਰ ਸਨ। ਵਣਜਾਰਿਆਂ ਨੇ ਆਪਣੇ ਘਰ ਵਿੱਚ ਹੀ ਸੰਸਕਾਰ ਕੀਤਾ ਸੀ। ਮੁਗਲ ਬਾਦਸ਼ਾਹ ਦਾ ਡਰ ਹੋਣ ਕਰਕੇ ਭਾਈ ਲੱਖੀ ਸ਼ਾਹ ਜੀ ਮਹਾਰਾਜ ਦਾ ਸਰੀਰ ਆਪਣੇ ਗੱਡੇ 'ਚ ਰੱਖ ਕੇ ਆਪਣੇ ਘਰ ਹੀ ਲੈ ਗਏ। ਆਪਣੇ ਘਰ ਦੇ ਇੱਕ ਛੱਪਰ ਦੇ ਵਿੱਚ ਸਰੀਰ ਰੱਖ ਕੇ ਮਹਾਰਾਜ ਦਾ ਤੇ ਆਪਣੇ ਘਰ ਨੂੰ ਅੱਗ ਲਾ ਕੇ ਤੇ ਰੌਲਾ ਪਾ ਦਿੱਤਾ, ਮੇਰੇ ਘਰ ਨੂੰ ਅੱਗ ਲੱਗ ਗਈ ਹੈ। ਅਤੇ ਬਾਅਦ ਵਿੱਚ ਉਹ ਫੁੱਲ ਚੁੱਕ ਕੇ ਇੱਕ ਗਾਗਰ ਵਿੱਚ ਪਾਏ ਗਏ ਤੇ ਗਾਗਰ ਨੂੰ ਉਸੇ ਜਗ੍ਹਾ ਤੇ ਦੱਬ ਦਿੱਤਾ ਜਿੱਥੇ ਸੰਸਕਾਰ ਕੀਤਾ। ਦੱਬ ਕੇ ਉਹਦੇ ਉੱਪਰ ਥੜਾ ਬਣਾ ਦਿੱਤਾ ਗਿਆ। ਸਮਾਂ ਪਿਆ ਤੇ ਮੁਗਲਾਂ ਨੇ ਉੱਥੇ ਮਸਜਿਦ ਬਣਾ ਲਈ। ਮਸਜਿਦ ਬਣਾ ਕੇ ਤੇ ਨਮਾਜ਼ਾਂ ਦੇਣ ਲੱਗ ਪਏ। ਪਰ ਜਦੋਂ ਸਰਦਾਰ ਬਘੇਲ ਸਿੰਘ ਨੇ ਦਿੱਲੀ ਨੂੰ ਫਤਿਹ ਕੀਤਾ ਤੇ ਫਿਰ ਉਹਨਾਂ ਨੇ ਇਤਿਹਾਸ ਪੜ੍ਹ ਕੇ ਔਰ ਉੱਥੋਂ ਦੇ ਵਸਨੀਕਾਂ ਤੋਂ ਪੁੱਛ ਕੇ, ਜਿਹੜੇ ਬਜ਼ੁਰਗ ਸਨ ਪੀੜ੍ਹੀ ਦਰ ਪੀੜ੍ਹੀ,
ਉਹਨਾਂ ਦੇ ਕੋਲੋਂ ਚੰਗੀ ਤਰ੍ਹਾਂ ਪਤਾ ਕਰਕੇ ਔਰ ਇਤਿਹਾਸ ਪੜ੍ਹ ਕੇ ਜਗ੍ਹਾ ਲੱਭੀ ਵੀ ਉਹ ਜਗ੍ਹਾ ਹੈ ਕਿੱਥੇ ਆ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੰਸਕਾਰ ਹੋਇਆ। ਫਿਰ ਉਹ ਜਗ੍ਹਾ ਲੱਭੀ ਮਸਜਿਦ ਜਿੱਥੇ ਬਣੀ ਹੋਈ ਹੈ। ਫਿਰ ਉੱਥੋਂ ਮਸਜਿਦ ਢਾਈ ਗਈ, ਮਸਜਿਦ ਢਾਹ ਕੇ ਫਿਰ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ। ਅੱਜ ਆਪਾਂ ਉਸ ਗੁਰੂ ਘਰ ਦੇ ਦਰਸ਼ਨ ਰਕਾਬਗੰਜ ਦੇ ਰੂਪ ਦੇ ਵਿੱਚ ਕਰਦੇ ਹਾਂ। ਕਹਿਣ ਲੱਗੇ ਵੀ ਇਹ ਮਰਦਕਾ ਚੇਲਾ ਤੋਂ ਭਾਵ ਖਾਲਸਾ ਪੰਥ ਔਰ ਖਾਲਸੇ ਪੰਥ ਦੇ ਵਿੱਚ ਹੋਇਆ ਹੈ ਸਰਦਾਰ ਬਘੇਲ ਸਿੰਘ, ਜਿਨੇ ਭਾਈ ਇਸ ਤਰ੍ਹਾਂ ਫਿਰ ਦਿੱਲੀ ਫਤਿਹ ਕਰਕੇ ਉਥੇ ਗੁਰੂ ਘਰ ਬਣਾਇਆ। ਇਸ ਤਰ੍ਹਾਂ ਮਹਾਰਾਜ ਦੇ ਜਿਹੜੇ ਬਚਨ ਨੇ ਉਹ ਕਹਿੰਦੇ ਵੀ ਸਤਿਗੁਰੂ ਪਾਤਸ਼ਾਹ ਜੀਆਂ ਦੇ ਪੂਰੇ ਹੋਏ। ਗੁਰਮੁਖੋ ਵੱਖਰੇ ਵੱਖਰੇ ਵਿਦਵਾਨਾਂ ਦੀ ਵੱਖੋ ਵੱਖਰੀ ਵਿਚਾਰ ਹੈ ਵੀ ਇਸ ਤਰ੍ਹਾਂ ਹੋਇਆ। ਇਸ ਏਮਨਾਬਾਦ ਨੂੰ ਪਹਿਲਾਂ ਸੈਦਪੁਰ ਵੀ ਕਿਹਾ ਜਾਂਦਾ ਸੀ। ਪੰਜਾਬ ਦਾ ਜਿਹੜਾ ਗਵਰਨਰ ਸੀ ਨਾ ਉਸ ਵੇਲੇ ਦਾ, ਉਹਦਾ ਨਾਮ ਸੀ ਸੈਦ ਖਾਨ। ਸੈਦ ਖਾਨ ਨੇ ਆਪਣੇ ਉੱਪਰ ਨਾਂ ਦੇ ਉੱਪਰ ਇਹ ਪਿੰਡ ਵਸਾਇਆ ਤੇ ਨਾਮ ਰੱਖਿਆ ਇਹਦਾ ਸੈਦਪੁਰ। ਥੋੜੇ ਸਮੇਂ ਬਾਅਦ ਇਸ ਸੈਦਪੁਰ ਨੂੰ ਉਜਾੜ ਦਿੱਤਾ ਗਿਆ। ਉਜਾੜਨ ਤੋਂ ਬਾਅਦ ਵਿੱਚ ਫਿਰ ਇੱਕ ਏਮਨਾ ਨਾਮ ਦੀ ਔਰਤ ਹੋਈ ਹੈ, ਉਹਨੇ ਫਿਰ ਦੁਬਾਰਾ ਇਸ ਸੈਦਪੁਰ ਨੂੰ ਵਸਾਇਆ ਤੇ ਉਸ ਏਮਨਾ ਨੇ ਫਿਰ ਆਪਣੇ ਨਾਮ ਦੇ ਉੱਪਰ ਇਹਦਾ ਨਾਮ ਰੱਖ ਦਿੱਤਾ ਏਮਨਾਪੁਰ, ਏਮਨਾਬਾਦ। ਬਾਦ ਤੋਂ ਭਾਵ ਹੁੰਦਾ ਆਬਾਦ ਕਰਨਾ, ਵੀ ਉਜੜੇ ਹੋਏ ਨੂੰ ਦੁਬਾਰਾ ਵਸਾਉਣਾ। ਉਸ ਏਮਨਾ ਨਾਮ ਦੀ ਔਰਤ ਨੇ ਇਸ ਨੂੰ ਆਬਾਦ ਕੀਤਾ, ਉਜੜੇ ਹੋਏ ਸੈਦਪੁਰ ਨੂੰ, ਕਿਉਂਕਿ ਮਹਾਰਾਜ ਦਾ ਬਚਨ ਸੀ ਨਾ ਵੀ ਇਹਨਾਂ ਨੂੰ ਮਾਰ ਪੈ ਗਈ। ਉਹ ਉਜੜ ਗਿਆ ਸੀ ਉਸ ਵੇਲੇ ਸੈਦਪੁਰ। ਫਿਰ 1444 ਦੇ ਵਿੱਚ ਉਸ ਔਰਤ ਨੇ ਇਸ ਨੂੰ ਦੁਬਾਰਾ ਵਸਾਇਆ, ਵਸਾ ਕੇ ਤੇ ਆਪਣੇ ਨਾਮ ਦੇ ਉੱਪਰ ਨਾਮ ਰੱਖਿਆ ਏਮਨਾਬਾਦ, ਕਿਉਂਕਿ ਏਮਨਾ ਉਹਦਾ ਆਪਣਾ ਨਾਮ ਸੀ ਤੇ ਬਾਦ ਤੋਂ ਭਾਵ ਕਿ ਆਬਾਦ ਕਰਨਾ, ਵਸਾਉਣਾ। ਇਸ ਤਰ੍ਹਾਂ ਦੁਬਾਰਾ ਵਸਾਇਆ ਗਿਆ। ਪਹਿਲਾ ਨਾਮ ਸੈਦਪੁਰ ਹੈ, ਦੂਜਾ ਨਾਮ ਏਮਨਾਬਾਦ, ਜਿੱਥੇ ਇਹ ਮਹਾਰਾਜ ਦਾ ਸਾਰਾ ਪ੍ਰਸੰਗ ਵਾਪਰਿਆ ਹੈ। ਸੋ ਇਸ ਤਰ੍ਹਾਂ ਇਹ ਜਿਹੜੇ ਵੱਡੇ ਵੱਡੇ ਬਚਨ ਨੇ ਉਹ ਮਹਾਰਾਜ ਨੇ ਲਿਖੇ ਨੇ। ਕਈਆਂ ਨੇ ਇਹ ਵੀ ਲਿਖਿਆ ਵੀ ਜਦੋਂ ਬਾਬਰ ਨੇ ਹਿੰਦੁਸਤਾਨ ਜਿੱਤਿਆ, ਬਾਬਰ ਦੇ ਮਰ ਜਾਣ ਤੋਂ ਮਗਰੋਂ ਉਹਦਾ ਪੁੱਤਰ ਹਿਮਾਯੂ ਤਖਤ ਤੇ ਬੈਠਾ ਤੇ ਹਿਮਾਯੂ ਤਖਤ ਤੇ ਜਦੋਂ ਬੈਠਾ ਤੇ ਹਿਮਾਯੂ ਦੇ ਕੋਲੋਂ ਫਿਰ ਸ਼ੇਰ ਸ਼ਾਹ ਸੂਰੀ ਨੇ ਰਾਜ ਖੋਲਿਆ ਅਤੇ ਉਹ ਫਿਰ ਦੌੜ ਗਿਆ ਇੱਥੋਂ, ਹਿੰਦੁਸਤਾਨ ਨੂੰ ਛੱਡ ਕੇ ਭੱਜਿਆ। ਤੇ ਜਦੋਂ ਉਹ ਭੱਜਿਆ ਇੱਥੋਂ ਦੌੜਿਆ ਜਾਨ ਬਚਾ ਕੇ, ਫਿਰ ਉਹ ਗੁਰੂ ਅੰਗਦ ਦੇ ਮਹਾਰਾਜ ਦੀ ਸ਼ਰਨ ਵਿੱਚ ਗਿਆ, ਖਡੂਰ ਸਾਹਿਬ ਦੀ ਧਰਤੀ ਤੇ। ਹਿਮਾਯੂ ਬਾਦਸ਼ਾਹ ਮਹਾਰਾਜ ਰਾਜ ਭਾਗ ਮੇਰੇ ਕੋਲੋਂ ਚਲਾ ਗਿਆ, ਆਪ ਜੀ ਕਿਰਪਾ ਕਰੋ। ਤੇ ਸਤਿਗੁਰਾਂ ਦੇ ਸਾਹਮਣੇ ਨੇ ਤਲਵਾਰ ਵੀ ਕੱਢੀ ਹੈ। ਲੰਮਾ ਪ੍ਰਸੰਗ ਹੈ, ਆਪਣੇ ਕੋਲ ਸਮਾਂ ਨਹੀਂ। ਤੇ ਮਹਾਰਾਜ ਨੇ ਆਖਿਆ ਸੀ ਬਾਦਸ਼ਾਹ ਤੈਨੂੰ ਰਾਜ ਹੁਣੇ ਹੀ ਦੇ ਦਿੰਦੇ, ਪਰ ਤੂੰ ਤਲਵਾਰ ਕੱਢ ਕੇ ਸਾਡੇ ਤੇ ਬਲ ਵਿਖਾਇਆ, ਹੁਣ ਇਹ ਰਾਜ ਤੈਨੂੰ ਸਮੇਂ ਬਾਅਦ ਮਿਲੇਗਾ, ਮਿਲ ਜ਼ਰੂਰ ਜਾਏਗਾ। ਜਾਂ ਤੂੰ ਲਹਿੰਦੇ ਵੱਲ ਨੂੰ ਪੱਛਮ ਨੂੰ ਚਲੇ ਜਾ, ਦੁਬਾਰਾ ਆਵੀਂ ਤੇ ਰਾਜ ਲਵੇਂ। ਇਹ 16 ਸਾਲ ਫਿਰ ਹਿਮਾਯੂ ਬਾਦਸ਼ਾਹ ਪੱਛਮ ਦੇ ਵਿੱਚ ਅਫਗਾਨ ਦੇ ਵਿੱਚ ਜਾ ਕੇ ਰੇਤਾ ਤੇ ਮਿੱਟੀ ਛਾਣਦਾ ਰਿਹਾ, ਫੌਜਾਂ ਇਕੱਠੀਆਂ ਕਰਦਾ ਰਿਹਾ। 16 ਸਾਲਾਂ ਬਾਅਦ ਜਾ ਕੇ ਇਸਨੇ ਹਮਲਾ ਕੀਤਾ ਤੇ ਦੁਬਾਰਾ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਇਹ ਸਾਰੇ ਜਿਹੜੇ ਇਸ਼ਾਰੇ ਨੇ ਇਹ ਇਸ ਤਰ੍ਹਾਂ ਵੱਖ-ਵੱਖ ਘਟਨਾਵਾਂ ਦੇ ਨਾਲ ਨੇ। ਘਟਨਾਵਾਂ ਤੇ ਹੋਰ ਵੀ ਬਹੁਤ ਨੇ ਪਰ ਆਪਣੇ ਕੋਲ ਸਮਾਂ ਨਹੀਂ। ਇਸ ਤਰ੍ਹਾਂ ਮਹਾਰਾਜ ਨੇ ਬਚਨ ਆਖੇ ਹਨ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੱਚ ਦੀ ਬਾਣੀ ਅਸੀਂ ਆਖੀ ਹੈ, ਸੱਚ ਦੇ ਬਚਨ ਕੀਤੇ, ਕਿਉਂਕਿ ਇਹ ਸੱਚ ਕਹਿਣ ਦਾ ਹੀ ਵੇਲਾ ਹੈ। ਕਿਉਂਕਿ ਗੁਰੂ ਨਾਨਕ ਦੇਵ ਦੇ ਮੁਖੋਂ ਤੇ ਸੱਚ ਹੀ ਨਿਕਲਦਾ ਹੈ। ਮਹਾਰਾਜ ਕਹਿਣ ਲੱਗੇ ਸੱਚ ਸੁਣਾਈ ਸੀ, ਇਹ ਅਸੀਂ ਸੱਚ ਸੁਣਾਇਆ ਹੈ, ਕਿਉਂਕਿ ਹੁਣ ਸੱਚ ਸੁਣਾਉਣ ਦਾ ਵੇਲਾ ਸੀ, ਸੱਚ ਕਹਿਣ ਦਾ ਵੇਲਾ ਹੈ। ਵੇਲਾ ਤੋਂ ਭਾਵ ਅੰਮ੍ਰਿਤ ਵੇਲਾ। ਇਤਿਹਾਸਕਾਰ ਕਹਿੰਦੇ ਨੇ ਵੀ ਇਹ ਬਚਨ ਮਹਾਰਾਜ ਨੇ ਅੰਮ੍ਰਿਤ ਵੇਲੇ ਕੀਤੇ ਸਨ, ਵੀ ਇਸ ਏਮਨਾਬਾਦ ਨੂੰ ਐਸੀ ਮਾਰ ਪੈਣੀ ਹੈ। ਇਹ ਬਚਨ ਗੁਰੂ ਨਾਨਕ ਦੇਵ ਮਹਾਰਾਜ ਦੇ ਮੁਖੋਂ ਅੰਮ੍ਰਿਤ ਵੇਲੇ ਨਿਕਲੇ ਤੇ ਆਖਿਆ ਵੀ ਇਹ ਸੱਚ ਸੁਣਾਉਣ ਦਾ ਹੀ ਵੇਲਾ ਅੰਮ੍ਰਿਤ ਵੇਲਾ ਹੈ। ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ ਕਿ ਸੱਚ ਸੁਣਾਈ ਸੀ ਸੱਚ ਕੀ ਬੇਲਾ ਤੋਂ ਭਾਵ ਇਹ ਹੈ ਕਿ ਅੰਮ੍ਰਿਤ ਵੇਲੇ ਉਹ ਸੱਚੇ ਪ੍ਰਮਾਤਮਾ ਦੇ ਨਾਮ ਨੂੰ ਸੁਣਾਉਣ ਦਾ ਔਰ ਪੜਨ ਦਾ ਹੁਕਮ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਵੀ ਇਹ ਵੀ ਬਚਨ ਹੈ ਵੀ ਅੰਮ੍ਰਿਤ ਵੇਲੇ ਸੱਚ ਬੋਲਣਾ ਕੀ ਹੈ, ਜਿਹੜਾ ਨਾਮ ਜਪਣਾ ਬਾਣੀ ਪੜ੍ਹਨੀ ਹੈ, ਇਹ ਅੰਮ੍ਰਿਤ ਵੇਲੇ ਪੜ੍ਹੀ ਜਾ ਸਕਦੀ ਹੈ। ਪੜ੍ਹਿਆ ਕਰੋ, ਉਹਦਾ ਫਲ ਬਹੁਤਾ ਹੈ। ਐਸੇ ਬਚਨ ਮਹਾਰਾਜ ਨੇ ਬਖਸ਼ੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਇਹ ਸ਼ਬਦ ਗੁਰਬਾਣੀ ਦਾ ਮਹਿੰਗਾ ਹੈ,
ਇਹਦੇ ਨਾਲ ਕਈ ਇਤਿਹਾਸਕ ਘਟਨਾਵਾਂ ਦਾ ਵੀ ਹਵਾਲਾ ਜਿਹੜਾ ਹੈ ਉਹ ਜੁੜਦਾ ਹੈ। ਇਸ ਕਰਕੇ ਥੋੜਾ ਜਿਹਾ ਸਮਾਂ ਵੱਧ ਲੱਗਾ। ਆਪ ਸੰਗਤਾਂ ਨੇ ਮਾਫੀ ਬਖਸ਼ਿਸ਼ ਕਰਨੀ। ਦਿਓ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਆਮਨ 78 ਜਾਨ 97 ਹੋਰ ਵੀ ਉਠਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।